ਆਸਣ ਲੋਏ ਲੋਏ ਭੰਡਾਰਾ, ਜੋ ਕਿਸ ਪਾਇਆ ਸੋ ਏਕਾ ਬਾਰਾ। ਆਸਣ ਲੋਏ ਲੋਏ ਭੰਡਾਰਾ, ਜੋ ਕਿਸ ਪਾਇਆ ਸੋ ਏਕਾ ਵਾਰਾ। ਕਰ ਕਰ ਵੇਖੈ ਸਿਰਜਨਹਾਰਾ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਬੀਸ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਚਰਨਾਂ ਵਿੱਚ ਸਿੱਧਾਂ ਨੇ ਬੇਨਤੀ ਕੀਤੀ ਸੀ, ਹੇ ਮਹਾਰਾਜ ਸੱਚੇ ਪਾਤਸ਼ਾਹ, ਅਕਾਲ ਪੁਰਖ ਪਰਮਾਤਮਾ ਨੇ ਜਗਤ ਦੀ ਉਤਪਤੀ ਕਿਸ ਢੰਗ ਦੇ ਨਾਲ ਕੀਤੀ ਹੈ। ਮਾਇਆ ਦੁਆਰਾ ਜਿਵੇਂ ਸੰਸਾਰ ਨੂੰ ਭਾਂਤ ਭਾਂਤ ਰੂਪ ਦੇ ਵਿੱਚ ਪੈਦਾ ਕੀਤਾ ਹੈ, ਇਸ ਪ੍ਰਥਾਏ ਆਪ ਕਿਰਪਾ ਕਰਕੇ ਸਾਨੂੰ ਉਚਾਰਨ ਕਰਕੇ ਦੱਸੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜਗਤ ਦਾ ਸੰਸਾਰ ਜਿਹੜਾ ਹੈ ਪਰਮੇਸ਼ਰ ਦੇ ਨਾਲੋਂ ਭਿੰਨ ਹੈ ਕਿ ਇੱਕ ਰੂਪ ਹੈ। ਸੰਸਾਰ ਕੋਈ ਕਿਸੇ ਢੰਗ ਦੇ ਨਾਲ ਕਥਨ ਕਰਦਾ ਹੈ, ਕੋਈ ਕਿਸੇ ਢੰਗ ਦੇ ਨਾਲ। ਆਪ ਇਹਦੇ ਪ੍ਰਥਾਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਚਾਰਨ ਕਰਕੇ ਦੱਸੋ। ਹਜ਼ੂਰ ਨੇ ਜਪਜੀ ਸਾਹਿਬ ਦੀ 30ਵੀਂ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ, ਹੇ ਸਿੱਧੋ, ਮਾਇਆ ਆਪੋ ਵਿੱਚ ਚੇਤਨ ਨਹੀਂ ਹੈ, ਆਪ ਜੜ ਹੈ, ਪਰ ਪਰਮਾਤਮਾ ਦੀ ਚੇਤਨਤਾ ਪੈਣੇ ਕਰਕੇ ਇਸਨੇ ਪ੍ਰਬਲ ਬਣ ਜਾਣਾ ਕੀਤਾ। ਮਾਇਆ ਦੇ ਆਪਣਾ ਕੋਈ ਬਲ ਨਹੀਂ ਹੈ, ਆਪ ਨਿਰਬਲ ਹੈ, ਪਰ ਜਦੋਂ ਪਰਮੇਸ਼ਰ ਦੀ ਚੇਤਨ ਸ਼ਕਤੀ ਪਈ ਹੈ ਤੇ ਇਸਨੇ ਪ੍ਰਬਲ ਬਣ ਜਾਣਾ ਕੀਤਾ। ਐਸੇ ਬਲ ਵਾਲੀ ਇਹ ਮਾਇਆ ਬਣ ਗਈ ਕਿ ਸੰਸਾਰ ਵਿੱਚ ਕਿਸੇ ਤੋਂ ਜਿੱਤੀ ਨਹੀਂ ਜਾਂਦੀ। ਆਪਣੇ ਬਲ ਦੁਆਰਾ ਭਾਵੇਂ ਲੱਖਾਂ ਕੋਈ ਯਤਨ ਕਰ ਲਵੇ, ਜਿਤਨੇ ਮਰਜ਼ੀ ਸੰਸਾਰ ਦੇ ਸਾਧਨ ਸਾਧ ਕਰਕੇ ਦੇਖ ਲਵੇ, ਪਰ ਇਹ ਪ੍ਰਬਲ ਮਾਇਆ ਕਿਸੇ ਤੋਂ ਜਿੱਤੀ ਨਹੀਂ ਜਾਂਦੀ। ਕੇਵਲ ਪਰਮੇਸ਼ਰ ਦੀ ਸ਼ਰਨ ਹੈ
ਜੇ ਮਨ ਬਾਣੀ ਸਰੀਰ ਪਰਮਾਤਮਾ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ, ਅਕਾਲ ਪੁਰਖ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਦੀ ਬੰਦਗੀ ਕਰੇ, ਉਹ ਪਰਮਾਤਮਾ ਹੀ ਇਸ ਪ੍ਰਬਲ ਮਾਇਆ ਤੋਂ ਜੀਵ ਨੂੰ ਛੁਡਾ ਸਕਦਾ ਹੈ। ਜਿਸ ਪਰਮੇਸ਼ਰ ਦੀ ਆਪਣੀ ਪੈਦਾ ਕੀਤੀ ਹੋਈ ਮਾਇਆ ਹੈ, ਜਿਸ ਪਰਮਾਤਮਾ ਦਾ ਇਸ ਜੜ ਮਾਇਆ ਵਿੱਚ ਬਲ ਵਰਤ ਰਿਹਾ ਹੈ ਔਰ ਇੰਨੀ ਪ੍ਰਬਲ ਬਣ ਗਈ ਹੈ, ਉਸ ਪਰਮੇਸ਼ਰ ਦੁਆਰਾ ਹੀ ਇਸ ਤੋਂ ਛੁਟਕਾਰਾ ਹੋ ਸਕਦਾ ਹੈ। ਨਹੀਂ ਤਾਂ ਮਨੁੱਖ ਭਾਵੇਂ ਜਿਤਨੇ ਮਰਜ਼ੀ ਲੱਖਾਂ ਜਨਮ ਧਾਰਨ ਕਰ ਕਰਕੇ ਲੱਖਾਂ ਹੀ ਸਾਧਨ ਸਾਰਦਾ ਰਹੇ, ਪਰ ਇਹ ਮਾਇਆਵੀ ਜਾਲ ਦੇ ਵਿੱਚੋਂ ਕਦੇ ਵੀ ਜੀਵ ਛੁੱਟ ਨਹੀਂ ਸਕਦਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕਰਦੇ, ਹੈ ਮਹਾਰਾਜ, ਅਕਾਲ ਪੁਰਖ ਪਰਮੇਸ਼ਰ ਦਾ ਆਸਣ ਕਿੱਥੇ ਹੈ? ਕੋਈ ਵਿਸ਼ੇਸ਼ ਥਾਂ ਹੈ? ਹੇ ਸਤਿਗੁਰੂ ਜੀ, ਇਸ ਬਾਰੇ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਫਿਰ ਜਗਤ ਦੇ ਜੀਵਾਂ ਨੂੰ ਕਿਵੇਂ ਕਿਵੇਂ ਦਾਤਾਂ ਪਰਮੇਸ਼ਰ ਦੇ ਰਿਹਾ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਇਹ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਜੀ ਅੱਗੇ ਹੁਣ 31ਵੀਂ ਪੌੜੀ ਅੰਦਰ ਉਚਾਰਨ ਕਰਕੇ ਉਪਦੇਸ਼ ਦੇ ਰਹੇ ਹੈ। ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਣ ਲੋਏ ਲੋਏ ਭੰਡਾਰਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਸਿੱਧੋ, ਅਕਾਲ ਪੁਰਖ ਪਰਮਾਤਮਾ ਦਾ ਜੋ ਆਸਣ ਹੈ, ਲੋਏ ਲੋਏ ਸਭ ਲੋਕਾਂ ਦੇ ਵਿੱਚ ਪਰਮੇਸ਼ਰ ਦਾ ਆਸਣ ਲੱਗਾ ਹੈ। ਬ੍ਰਹਮ ਲੋਕ ਵਿੱਚ ਇਸੇ ਪ੍ਰਕਾਰ ਸ਼ਿਵ ਲੋਕ ਹੈ, ਔਰ ਇਸੇ ਤਰ੍ਹਾਂ ਇੰਦਰ ਲੋਕ ਦੇ ਵਿੱਚ, ਪਤਾਲ ਲੋਕ ਵਿੱਚ, ਮਾਤ ਲੋਕ ਤੇ ਆਕਾਸ਼ ਦੇ ਵਿੱਚ, ਜਿੱਥੇ ਜਿੱਥੇ ਵੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਉੱਥੇ ਉੱਥੇ ਪਰਮਾਤਮਾ ਦਾ ਆਸਣ ਲੱਗਾ ਹੈ। ਹਰ ਇੱਕ ਜੀਵ ਦੇ ਹਿਰਦੇ ਅੰਦਰ ਪਰਮੇਸ਼ਰ ਜੋਤ ਰੂਪ ਹੋ ਕਰਕੇ ਚੌਂਕੜਾ ਲਗਾ ਕਰਕੇ ਬੈਠਾ ਹੈ, ਹਰ ਇੱਕ ਜੀਵ ਦੇ ਅੰਦਰ। ਪਰ ਮਨੁੱਖ ਦੀ ਆਪੋ ਆਪਣੀ, ਸੰਸਾਰ ਦੇ ਜੀਵਾਂ ਦੇ ਆਪੋ ਆਪਣਾ ਦੇਖਣ ਦਾ ਨਜ਼ਰੀਆ ਹੈ। ਜਗਤ ਨੂੰ ਕੋਈ ਕਿਸੇ ਤਰ੍ਹਾਂ ਦੇ ਢੰਗ ਨਾਲ ਤੱਕਦਾ ਹੈ, ਕੋਈ ਲੋਭ ਦੀ ਨਿਗਾਹ ਨਾਲ ਤੱਕਦਾ ਹੈ, ਕੋਈ ਹੰਕਾਰ ਦੀ ਨਿਗਾਹ ਨਾਲ ਦੇਖੀ ਜਾਂਦਾ ਹੈ, ਕੋਈ ਮੋਹ ਦੀ, ਮਮਤਾ ਦੀ। ਇਸ ਪ੍ਰਕਾਰ ਆਪੋ ਆਪਣਾ ਦੇਖਣ ਦਾ ਜਗਤ ਦਾ ਨਜ਼ਰੀਆ ਹੈ। ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਆਉਂਦੇ ਹੈ, ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ, ਕਰਨ ਕਰਾਵਨ ਹਾਰ ਸੁਆਮੀ, ਆਪਨ ਹਾਥ ਸੰਜੋਗੀ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕੈ ਭਾਣੈ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਉਸ ਮਨੁੱਖ ਦੇ ਭਾਣੇ ਵਿੱਚ, ਉਹਦੀ ਨਜ਼ਰਾਂ ਦੇ ਵਿੱਚ ਕੋਈ ਵੀ ਭੁੱਲਾ ਔਰ ਭਟਕਿਆ ਹੋਇਆ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਨੇ ਸਗਲ ਜੀਵਾਂ ਦੇ ਅੰਦਰ ਬ੍ਰਹਮ ਦੀ ਪਹਿਚਾਣ ਕਰ ਲਈ ਹੈ, ਸਭ ਜੀਵਾਂ ਨੂੰ ਇੱਕ ਸਮਾਨ ਪਰਮੇਸ਼ਰ ਦੀ ਜੋਤ ਜਾਣ ਕਰਕੇ ਦੇਖਿਆ ਹੈ। ਇਹ ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦਾ ਸਰੂਪ ਵਿਆਪਕ ਹੈ। ਹਰ ਇੱਕ ਘਟ ਰੂਪ ਹੋ ਕਰਕੇ ਪਰਮੇਸ਼ਰ ਵਰਤ ਰਿਹਾ ਹੈ। ਉਸ ਪ੍ਰਕਾਸ਼ ਰੂਪ ਨੂੰ ਜਾਣਨੇ ਵਾਲਿਆਂ ਨੇ ਕਦੇ ਵੀ ਕਿਸੇ ਤੇ ਕੋਈ ਸ਼ੰਕਾ ਨਹੀਂ ਕੀਤਾ। ਉਹ ਇਉਂ ਬਾਰ-ਬਾਰ ਬੇਨਤੀਆਂ ਕਰਦੇ ਹਨ, ਸ਼ੱਕ ਕਰੋ ਜੇ ਦੂਸਰ ਹੋਏ, ਸ਼ੰਕਾ ਤਾਂ ਕਰੀਏ ਨਾ ਜੇਕਰ ਕੋਈ ਦੂਸਰਾ ਹੋਵੇ ਤਾਂ। हे ਪ੍ਰਮਾਤਮਾ, ਜਿਤਨੀ ਵੀ ਸ੍ਰਿਸ਼ਟੀ ਹੈ ਨਾ, ਸਰਗੁਣ ਨਿਰਗੁਣ ਨਿਰੰਕਾਰ, ਇਹ ਨਿਰਗੁਣ ਨੇ ਮਹਾਰਾਜ ਸੰਸਾਰ ਅੰਦਰ ਸਰਗੁਣ ਸਰੂਪ ਆਪ ਜੀ ਦਾ ਤੁਸਾਂ ਨੇ ਆਪ ਹੀ ਪ੍ਰਗਟ ਕੀਤਾ ਹੈ। ਐਸੇ ਉਹ ਬ੍ਰਹਮ ਬੇਤੇ ਬੰਦਗੀ ਕਰਨ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਦ੍ਰਿਸ਼ਟੀ ਵੀ ਸਾਰਾ ਸੰਸਾਰ ਕੇਵਲ ਪ੍ਰਕਾਸ਼ ਹੀ ਪ੍ਰਕਾਸ਼ ਹੈ।
ਜਿਤਨੇ ਵੀ ਸੰਸਾਰ ਦੇ ਅੰਦਰ ਦੇਹਾਂ ਸਾਨੂੰ ਨਜ਼ਰ ਆ ਰਹੀਆਂ ਨੇ, ਉਹਨਾਂ ਗੁਰਮੁਖਾਂ ਨੂੰ ਕੇਵਲ ਪ੍ਰਕਾਸ਼ ਨਜ਼ਰ ਆਉਂਦਾ ਹੈ। ਸਾਨੂੰ ਆਕਾਰ ਨਜ਼ਰ ਆਉਂਦੇ, ਕੋਈ ਛੋਟੇ ਆਕਾਰ ਦਾ ਹੈ, ਕੋਈ ਵੱਡੇ ਆਕਾਰ ਦਾ ਹੈ। ਔਰ ਸੰਸਾਰ ਦੇ ਰੰਗਾਂ ਰੰਗਾਂ ਦੇ ਜੀਵ, ਰੰਗਾਂ ਰੰਗਾਂ ਦੀ ਪਰਮੇਸ਼ਰ ਦੀ ਭਾਂਤ ਭਾਂਤ ਤਰ੍ਹਾਂ ਦੀ ਪੈਦਾ ਕੀਤੀ ਹੋ ਮਾਇਆ ਨਜ਼ਰ ਆਉਂਦੀ ਹੈ। ਪਰ ਉਹਨਾਂ ਬ੍ਰਹਮ ਬੇਤਿਆਂ ਦੀ ਨਜ਼ਰਾਂ ਦੇ ਵਿੱਚ, ਜਿਨ੍ਹਾਂ ਨੇ ਸਦਾ ਹੀ ਗਿਆਨ ਦ੍ਰਿਸ਼ਟੀ ਦੁਆਰਾ ਜਗਤ ਨੂੰ ਤੱਕਿਆ ਹੈ, ਜਿਨ੍ਹਾਂ ਨੇ ਵਿਚਾਰ ਗਿਆਨ ਰੂਪੀ ਨੇਤਰਾਂ ਦੁਆਰਾ ਦੇਖ ਕੇ ਸੰਸਾਰ ਨੂੰ ਪ੍ਰਕਾਸ਼ ਸਰੂਪ ਜਾਣਿਆ ਕਿ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ, ਧੁੰਦਵਾਦ ਉਹਨਾਂ ਨੇ ਅੰਦਰੋਂ ਖਤਮ ਕਰ ਦਿੱਤਾ ਹੈ। ਦੁਬਿਧਾ ਮਿਟਾ ਕੇ ਕੇਵਲ ਇੱਕ ਵਾਹਿਗੁਰੂ ਦੇ ਪ੍ਰਕਾਸ਼ ਨੂੰ ਹੀ ਦੇਖਣਾ ਕੀਤਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਆਸਣ ਲੋਏ ਲੋਏ ਭੰਡਾਰ। ਆਪੋ ਆਪਣਾ ਦੇਖਣ ਦਾ ਨਜ਼ਰੀਆ ਹੈ। ਜਿਸ ਨੇ ਤਾਂ ਬ੍ਰਹਮ ਦੀ ਨਿਗਾਹ ਨਾਲ ਸੰਸਾਰ ਨੂੰ ਤੱਕਿਆ, ਉਹਨੂੰ ਬ੍ਰਹਮ ਹੀ ਨਜ਼ਰ ਆਇਆ ਹੈ। ਜਿਹੜਾ ਮਨੁੱਖ ਵਿਕਾਰਾਂ ਦੀ ਨਿਗਾਹ ਦੇ ਨਾਲ ਤੱਕਦਾ, ਉਹਨੂੰ ਸੰਸਾਰ ਵਿਕਾਰੀ ਨਜ਼ਰ ਆਉਂਦਾ ਹੈ। ਲੋਭੀ ਬੰਦੇ ਨੂੰ ਜਾਪਦਾ ਹੈ ਕਿ ਸੰਸਾਰ ਜਿਹੜਾ ਹੈ ਸਾਰਾ ਹੀ ਲੋਭੀ ਹੈ। ਹੰਕਾਰੀ ਨੂੰ ਜਾਪਦਾ ਸਾਰਾ ਹੰਕਾਰ, ਸੰਸਾਰ ਹੀ ਜਿਹੜਾ ਹੰਕਾਰੀ ਹੈ। ਔਰ ਇਸ ਪ੍ਰਕਾਰ ਸੁਖੀ ਬੰਦੇ ਨੂੰ ਲੱਗਦਾ ਸਾਰੇ ਸੁਖੀ ਹੈ, ਰੋਗੀ ਨੂੰ ਲੱਗਦਾ ਸਾਰਾ ਸੰਸਾਰ ਹੀ ਰੋਗੀ ਹੈ। ਆਪੋ ਆਪਣਾ ਦੇਖਣ ਦਾ ਅਸਲ ਦੇ ਵਿੱਚ ਨਜ਼ਰੀਆ ਹੈ। ਇਸ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹੈ, ਹੇ ਸਿੱਧੋ, ਸੰਸਾਰ ਭਰ ਦੇ ਜਿਤਨੇ ਵੀ ਪੈਦਾ ਕੀਤੇ ਹੋਏ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਹੈ, ਸਭ ਜੀਵਾਂ ਦੇ ਅੰਦਰੋਂ ਪਰਮਾਤਮਾ ਦਾ ਆਸਣ ਲੱਗਾ ਹੈ। ਜਿਵੇਂ ਕੋਈ ਆਸਣ ਲਾ ਕੇ, ਚੌਂਕੜਾ ਲਾ ਕੇ ਬੈਠ ਜਾਵੇ, ਤਿਵੇਂ ਪਰਮੇਸ਼ਰ ਨੇ ਹਿਰਦੇ ਰੂਪੀ ਸੇਜ ਤੇ ਆਪਣਾ ਆਤਮਾ ਰੂਪ ਹੋ ਕਰਕੇ ਉਹ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਸਣ ਲਗਾਇਆ ਹੈ। ਐਸੀ ਉਹ ਪਰਮਾਤਮਾ ਦੀ ਜੋਤ ਹੈ। ਜੋ ਕਿਸ ਪਾਇਆ ਸੋ ਏਕਾ ਬਾਰ। ਜਦੋਂ ਸਿੱਧਾ ਨੇ ਬੇਨਤੀ ਕੀਤੀ, ਹੈ ਮਹਾਰਾਜ ਅਸੀਂ ਤਰ੍ਹਾਂ ਤਰ੍ਹਾਂ ਦੇ ਆਸਣ ਲਾਉਂਦੇ ਹਾਂ, ਹੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਆਸਣ ਕਿਹੋ ਜਿਹਾ ਹੈ। ਸਤਿਗੁਰੂ ਜੀ ਨੇ ਪਹਿਲੀ ਪੰਕਤੀ ਵੀ ਸਿੱਧ ਕਰ ਦਿੱਤਾ ਕਿ ਸਭ ਲੋਕਾਂ ਦੇ ਵਿੱਚੋਂ ਪਰਮਾਤਮਾ ਦਾ ਆਸਣ ਲੱਗਾ ਹੈ। ਫਿਰ ਕਹਿੰਦੇ ਹਨ, ਜੋ ਕਿਛ ਪਾਇਆ ਸੋ ਏਕਾ ਵਾਰ। ਜਿਸ ਵੀ ਕਿਸੇ ਨੇ ਜੀਵ ਨੇ ਦਾਤ ਪ੍ਰਾਪਤ ਕੀਤੀ ਹੈ ਨਾ, ਇੱਕੋ ਵਾਰ ਹੀ ਪ੍ਰਾਪਤ ਕਰ ਲਈ ਹੈ। ਏਕਾ ਵਾਰ ਤੋਂ ਭਾਵ ਕਿ ਪਰਮਾਤਮਾ ਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ। ਉਹ ਪਰਮਾਤਮਾ ਫਿਕਰਮੰਦ ਹੈ। ਇਹ ਨਹੀਂ ਹੈ ਕਿ ਜੀਵਾਂ ਨੂੰ ਪੈਦਾ ਕਰਕੇ ਤੇ ਭੁੱਖੇ ਮਾਰ ਦੇਣ ਵਾਲਾ। ਭਾਵੇਂ ਕਿਸੇ ਵੀ ਸਥਾਨ ਤੇ ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਤੇ ਪੈਦਾ ਕੀਤਾ ਹੈ, ਹਰ ਇੱਕ ਜੀਵ ਦਾ ਪਰਮੇਸ਼ਰ ਨੂੰ ਫਿਕਰ ਹੈ। ਉਹ ਤਾਂ ਪੱਥਰਾਂ ਦੇ ਵਿੱਚ ਵੀ ਫਿਕਰ ਰੱਖਦਾ ਹੈ। ਜੀਵਾਂ ਨੂੰ ਛੋਟੇ ਛੋਟੇ ਆਕਾਰ ਦੇ ਕੀੜੇ ਮਕੌੜਿਆਂ ਨੂੰ ਪੈਦਾ ਕਰ ਦਿੰਦਾ ਹੈ। ਫਿਰ ਪਰਮਾਤਮਾ ਉਹਨਾਂ ਦੀ ਰੋਜੀ ਰੋਟੀ ਵੀ ਉੱਥੇ ਪਰਮਾਤਮਾ ਦਿੰਦਾ। ਅਕਾਲ ਪੁਰਖ ਪਰਮੇਸ਼ਰ ਖਾਣ ਦੀ ਉਹਨਾਂ ਦਾ ਆਹਾਰ ਉੱਥੇ ਪੈਦਾ ਕਰ ਦਿੰਦਾ ਹੈ। ਜਿਵੇਂ ਭਗਤ ਧੰਨਾ ਜੀ ਦਾ ਵਚਨ ਆਉਂਦਾ ਹੈ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਜੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੇ। ਪੱਥਰ ਕਹਿੰਦੇ ਗੁਪਤ ਰੂਪ ਦੇ ਵਿੱਚ ਉਹਦੇ ਪਰਮਾਤਮਾ ਨੇ ਉਹਦੇ ਵਿੱਚ ਜੀਵ ਨੂੰ ਪੈਦਾ ਕੀਤਾ। ਨਾ ਅੰਦਰੋਂ ਬਾਹਰ ਜਾਣ ਵਾਸਤੇ ਕੋਈ ਰਸਤਾ, ਨਾ ਬਾਹਰੋਂ ਅੰਦਰ ਜਾਣ ਵਾਸਤੇ ਪ੍ਰਵੇਸ਼ ਹੋਣ ਵਾਸਤੇ ਕੋਈ ਰਾਹ ਹੈ। ਪਰ ਉੱਥੇ ਪੱਥਰ ਦੇ ਵਿੱਚ ਵੀ ਜੀਵ ਦੀ ਪਰਵਰਿਸ਼ ਹੋ ਰਹੀ ਹੈ। ਗੁਪਤ ਰੂਪ ਦੇ ਵਿੱਚ ਪੱਥਰ ਦੇ ਵਿੱਚ ਵੀ ਜੀਵ ਦੀ ਪਾਲਣਾ ਹੋ ਰਹੀ ਹੈ। ਉਹ ਕੌਣ ਪਾਲਣਾ ਕਰਦਾ ਹੈ? ਕੌਣ ਪੱਥਰ ਵਿੱਚ ਪੈਦਾ ਹੋਏ ਹੋਏ ਜੀਵ ਨੂੰ ਉੱਥੇ ਆਹਾਰ ਦੇਣ ਵਾਲਾ ਹੈ, ਜਿਸ ਕਰਕੇ ਉਹ ਜੀਵਤ ਰਹਿ ਸਕੇ? ਇਹ ਪਰਮਾਤਮਾ ਦੀ ਸਾਰੀ ਖੇਡ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਕਿਛ ਪਾਇਆ ਸੋ ਏਕਾ ਵਾਰ। ਉਹ ਪਰਮਾਤਮਾ ਇੰਨਾ ਜ਼ਿਆਦਾ ਫਿਕਰਮੰਦ ਹੈ। ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਆਹਾਰ ਪਹਿਲਾਂ ਹੀ ਪਰਮਾਤਮਾ ਪੈਦਾ ਕਰ ਦਿੰਦਾ ਹੈ। ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਹੇ ਪਰਮਾਤਮਾ, ਪਹਿਲਾਂ ਜੀਵ ਦਾ ਜਨਮ ਨਹੀਂ ਕਰਦਾ, ਪਹਿਲਾਂ ਆਹਾਰ ਪੈਦਾ ਕਰ ਦਿੰਦਾ। ਕਿੰਨਾ ਫਿਕਰ ਹੈ ਪਰਮੇਸ਼ਰ ਨੂੰ। 84 ਲੱਖ ਜੂਨ ਉਪਾਈ, ਰਿਜ਼ਕ ਦੀਆ ਸਭ ਹੂ ਕਉ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ।
हे परमात्मा ਸਾਰੀ ਸ੍ਰਿਸ਼ਟੀ ਆਪ ਜੀ ਦੇ ਆਸਰੇ ਹੈ। 84 ਲੱਖ ਜੂਨਾਂ ਨੂੰ ਪੈਦਾ ਕੀਤਾ ਹੈ। हे ਪਰਮੇਸ਼ਰ ਸਭ ਨੂੰ ਆਪ ਨੇ ਸਮੇਂ ਸਿਰ ਰਿਜ਼ਕ ਪਹੁੰਚਾਵਣਾ ਕੀਤਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ। ਸਿਰ ਬਸਿਰ ਹਰ ਇੱਕ ਜੀਵ ਨੂੰ ਪਰਮਾਤਮਾ ਆਹਾਰ ਦਿੰਦਾ ਪਿਆ। ਜਿਹੋ ਜਿਹਾ ਕਿਸੇ ਜੀਵ ਦਾ ਆਹਾਰ ਹੈ ਐਸਾ ਉਹ ਫਿਕਰਮੰਦ ਪਰਮਾਤਮਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਹੈ, ਹੇ ਸਿੱਧੋ ਇਸ ਲਈ ਉਹ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਫਿਕਰ ਕਰਨ ਵਾਲਾ ਹੈ। ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਪਰਮਾਤਮਾ ਇੰਨਾ ਜ਼ਿਆਦਾ ਫਿਕਰਮੰਦ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਇਹ ਨਹੀਂ ਕਦੇ ਸੋਚਦਾ ਕਿ ਇਸ ਜੀਵ ਨੂੰ ਇੰਨੀਆਂ ਦਾਤਾਂ ਦੇ ਦਿੱਤੀਆਂ ਹੋਰ ਨਾ ਦੇਵਾਂ, ਜਾਂ ਫਿਰ ਦਾਤਾਂ ਦੇਣ ਤੋਂ ਕਦੇ ਵਿਚਾਰਦਾ ਵੀ ਨਹੀਂ ਹੈ, ਕਦੇ ਫਿਰ ਥੱਕਦਾ ਵੀ ਨਹੀਂ ਹੈ। ਦਾਤਾਂ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਕਿੰਨਾ ਉਹ ਪਰਮਾਤਮਾ ਦਿਆਲੂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ ਉਹ ਪਰਮਾਤਮਾ ਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ। ਜਿਸ ਪਰਮੇਸ਼ਰ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਉਹ ਪਰਮਾਤਮਾ ਆਪ ਜੋਤ ਰੂਪ ਹੋ ਕਰਕੇ ਸਭ ਘਾਟਾਂ ਦੇ ਅੰਦਰ ਆਸਣ ਲਾ ਕੇ ਬੈਠਾ ਹੈ। ਤੇ ਫਿਰ ਪਰਮੇਸ਼ਰ ਆਪ ਹੀ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਕਰ ਕਰ ਵੇਖੈ ਸਿਰਜਨਹਾਰਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ, ਕਰ ਕਰ ਸ੍ਰਿਸ਼ਟੀ ਨੂੰ ਪੈਦਾ ਕਰਕੇ ਤੇ ਆਪ ਹੀ ਪਰਮੇਸ਼ਰ ਵੇਖ ਰਿਹਾ ਹੈ। ਰੰਗਾਂ ਰੰਗਾਂ ਦੇ ਜੀਵਾਂ ਨੂੰ ਪੈਦਾ ਕਰ ਕਰਕੇ ਐਸਾ ਉਹ ਪਰਮੇਸ਼ਰ ਹੈ। ਵੇਖੈ ਭਾਵ ਪਰਵਰਿਸ਼ ਵੀ ਆਪ ਹੀ ਕਰਦਾ ਪਿਆ। ਕੋਈ ਪਰਵਰਿਸ਼ ਹੋਰ ਥੋੜਾ ਕਰਦਾ ਹੈ। ਜਿਵੇਂ ਸਾਧ ਸੰਗਤ ਜੀ ਬੱਚਾ ਜਨਮ ਲਵੇ ਤੇ ਮਾਤਾ ਪਿਤਾ ਉਹਦੀ ਪਰਵਰਿਸ਼ ਕਰਦੇ ਹੈ, ਪਾਲਣਾ ਕਰਦੇ ਹੈ ਬਹੁਤ ਸੁਚੱਜੇ ਢੰਗ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਗਤ ਰੂਪ ਬਾਲਕ ਪਰਮੇਸ਼ਰ ਦੇ ਪੈਦਾ ਕੀਤਾ ਹੈ। ਤੂੰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਜਗਤ ਰੂਪ ਬਾਲਕ ਪਰਮੇਸ਼ਰ ਦਾ ਪੈਦਾ ਕੀਤਾ ਹੈ। ਉਹ ਪਰਮੇਸ਼ਰ ਆਪ ਹੀ ਮਾਤਾ ਹੈ, ਆਪ ਹੀ ਪਿਤਾ ਰੂਪ ਹੋ ਕਰਕੇ ਜਗਤ ਦੀ ਪਾਲਣਾ ਕਰ ਰਿਹਾ ਹੈ। ਕਰ ਕਰ ਵੇਖੈ ਸਿਰਜਣਹਾਰ। ਸਿਰਜਣਹਾਰਾ ਉਹ ਪਰਮਾਤਮਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੈ। ਤਮਾਮ ਪੈਦਾ ਕੀਤੇ ਹੋਏ ਜੀਵ ਪਰਮੇਸ਼ਰ ਦੇ ਹੈ। ਚਾਰ ਖਾਣੀਆਂ ਵਿੱਚ ਅੰਡਜ ਜੇਰਜ ਉਦਭੁਜ ਸੇਤਜ ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ। हे ਪਰਮਾਤਮਾ ਬੜਾ ਹੈਰਾਨ ਕਰ ਦੇਣ ਵਾਲਾ ਆਪ ਜੀ ਦਾ ਆਸ਼ਚਰਜ ਕੌਤਕ ਹੈ। ਜਿੱਥੇ ਚਾਰ ਖਾਣੀਆਂ ਵਿੱਚ ਜੀਵਾਂ ਨੂੰ ਪੈਦਾ ਕੀਤਾ ਉੱਥੇ ਪਰਮੇਸ਼ਰ ਆਪ ਸਭ ਜੀਵਾਂ ਰੂਪ ਹੋ ਕਰਕੇ ਵਰਤ ਰਹੇ ਹੋ। ਰਵੰਤਾ ਰਮੰਤੀ ਪਰਮਾਤਮਾ ਤੋਂ ਆਪ ਸਭ ਜੀਵਾਂ ਦੇ ਵਿੱਚ ਜੋਤ ਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ। ਐਸਾ ਉਹ ਪਰਮੇਸ਼ਰ ਹੈ। ਕਰ ਕਰ ਵੇਖੈ ਸਿਰਜਣਹਾਰ। ਸਾਰੀ ਸ੍ਰਿਸ਼ਟੀ ਨੂੰ ਸਿਰਜਣਾ ਕੀਤਾ, ਫਿਰ ਆਪ ਹੀ ਪਰਮੇਸ਼ਰ ਪੈਦਾ ਕਰਕੇ ਵੇਖ ਰਿਹਾ ਹੈ। ਵੇਖੈ ਹਰ ਇੱਕ ਜੀਵ ਦੀਆਂ ਕਰਮ ਕਰਤੂਤਾਂ ਨੂੰ ਦੇਖਦਾ ਹੈ। ਮਨੁੱਖ ਜਿਹੋ ਜਿਹੇ ਕਰਮ ਕਰਦਾ ਉਹ ਤਾਂ ਸੰਸਾਰ ਦੇ ਅੰਦਰ ਰੋਗੀਆਂ ਨੂੰ ਦੇਖਦਾ ਹੈ, ਸੋਗੀਆਂ ਨੂੰ ਵੀ ਦੇਖਦਾ ਹੈ ਔਰ ਜੋਗੀਆਂ ਨੂੰ ਵੀ ਦੇਖਦਾ ਪਿਆ ਹੈ। ਜਿਹੜੇ ਸੰਸਾਰ ਦੇ ਖੁਸ਼ ਜੀਵ ਹੈ ਉਹਨਾਂ ਨੂੰ ਵੀ ਦੇਖਦਾ ਹੈ। ਇਸ ਪ੍ਰਕਾਰ ਗਮ ਦੇ ਸਹਿਤ ਹੋਣ ਵਾਲਿਆਂ ਨੂੰ ਪਰਮੇਸ਼ਰ ਦੇਖ ਰਿਹਾ ਹੈ। ਭਲਿਆਂ ਨੂੰ ਬੁਰਿਆਂ ਨੂੰ ਸਭ ਨੂੰ ਪਰਮਾਤਮਾ ਦੇਖ ਰਿਹਾ ਹੈ। ਮਨੁੱਖ ਨਾਲ ਜਿਹੋ ਜਿਹਾ ਵੀ ਸੰਸਾਰ ਦੇ ਅੰਦਰ ਆਪਣਾ ਟੀਚਾ ਧਾਰਨ ਕੀਤਾ ਹੈ, ਮਨੁੱਖ ਨੇ ਜਿਹੋ ਜਿਹਾ ਵੀ ਕੋਈ ਕਰਤੱਵ ਕਰਨਾ ਕੀਤਾ, ਹਰ ਇੱਕ ਕਰਤੱਵ ਨੂੰ ਪਰਮਾਤਮਾ ਨੇ ਦੇਖਿਆ ਹੈ, ਹੁਣ ਵੀ ਦੇਖ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮੇਸ਼ਰ ਦੇਖੇਗਾ। ਐਸਾ ਉਹ ਪਰਮੇਸ਼ਰ ਹੈ। ਨਾਨਕ ਸੱਚੇ ਕੀ ਸਾਚੀ ਕਾਰਾ। ਫੇਰ ਸਿੱਧਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਕਾਰ ਕਿਹੋ ਜਿਹੀ ਕਰਦਾ ਹੈ। ਜਿਵੇਂ ਮਹਾਰਾਜ ਜਗਤ ਅੰਦਰ ਕੋਈ ਨਾ ਕੋਈ ਕਾਰ ਜ਼ਰੂਰ ਕੀਤੀ ਜਾਂਦੀ ਹੈ ਤੇ ਪਰਮਾਤਮਾ ਕਿਹੋ ਜਿਹੀ ਕਾਰ ਕਰਦਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਸੱਚੇ ਪਰਮਾਤਮਾ ਨੇ ਜੋ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਆਪ ਹੀ ਪਰਵਰਿਸ਼ ਕਰਦਾ, ਆਪ ਹੀ ਲੈਦਾ ਕਰਦਾ ਹੈ।
ਐਸਾ ਪਰਮੇਸ਼ਰ ਹੈ, ਆਪ ਹੀ ਕਰਤਾ ਹੈ, ਆਪ ਹੀ ਭਰਤਾ ਹੈ, ਆਪ ਹੀ ਜੀਵਾਂ ਦਾ ਹਰਤਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਸ੍ਰਿਸ਼ਟੀ ਨੂੰ ਪੈਦਾ ਕਰਨਾ, ਪਰਵਰਿਸ਼ ਕਰਨੀ, ਜੀਵਾਂ ਦੀ ਲੈਤਾ ਕਰਨੀ ਸੱਚੇ ਪਰਮਾਤਮਾ ਦੀ ਕਾਰ ਹੈ। ਇਹ ਪਰਮੇਸ਼ਰ ਦੀ ਕਾਰ ਵੀ ਸੱਚੀ ਹੈ। ਔਰ ਇਸੇ ਪ੍ਰਕਾਰ ਫਿਰ ਜਿਵੇਂ ਜਗਤ ਦੇ ਅੰਦਰ ਕਿਸੇ ਨੂੰ ਕੋਈ ਰਿਸ਼ਵਤ ਦੇ ਦਿੰਦਾ ਹੈ, ਵੱਡੀ ਦੇ ਦਿੰਦਾ ਹੈ, ਜਿਵੇਂ ਹਜ਼ੂਰ ਦੇ ਬਚਨ ਵੀ ਆਉਂਦੇ ਹਨ, ਵੱਡੀ ਲੈ ਕੇ ਹੱਕ ਗਵਾਏ, ਉਹ ਧਰਮ ਤੋਂ ਜੀਵ ਮੁਨਕਰ ਹੋ ਜਾਂਦੇ ਹੈ। ਪਰ ਪਰਮੇਸ਼ਰ ਕਿਸੇ ਤੋਂ ਵੱਡੀ ਨਹੀਂ ਲੈਂਦਾ, ਪਰਮਾਤਮਾ ਕਿਸੇ ਦੀ ਰਿਸ਼ਵਤ ਨਹੀਂ ਲੈਂਦਾ। ਪੂਰਾ ਪੂਰਾ ਮਾਪ ਕੇ ਤੋਲ ਕੇ ਜੀਵਾਂ ਦਾ ਹਿਸਾਬ ਕਰਨ ਵਾਲਾ ਉਹ ਐਸਾ ਪਰਮਾਤਮਾ ਹੈ। ਐਸੀ ਪਰਮੇਸ਼ਰ ਦੀ ਸੱਚੀ ਕਾਰ ਹੈ। ਨਿਆਂਕਾਰੀ ਉਹ ਪਰਮਾਤਮਾ ਦੀ ਸੱਚੀ ਦਰਗਾਹ ਹੈ। ਇਸ ਲਈ ਹਜ਼ੂਰ ਨੇ ਉਚਾਰਨ ਕੀਤਾ ਹੈ, ਸਿੱਧੋ ਅਕਾਲ ਪੁਰਖ ਪਰਮੇਸ਼ਰ ਆਪ ਹੀ ਐਸਾ ਸੱਚਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਇਹਦੇ ਵਿੱਚ ਰੱਤਾ ਭਾਵ ਵੀ ਕੋਈ ਝੂਠ ਨਹੀਂ ਹੈ। ਰੱਤਾ ਭਾਵ ਵੀ ਸੰਸਾਰ ਦੇ ਅੰਦਰ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਕੋਈ ਝੂਠ ਨਹੀਂ ਹੈ। ਉਹ ਸੱਚਾ ਆਪ ਹੈ। ਸੱਚੇ ਪਰਮਾਤਮਾ ਦੇ ਸਰੂਪ ਤੋਂ ਸੱਚੀ ਕਾਰ ਪੈਦਾ ਹੋਈ ਹੈ। ਇੱਕ ਤੋਂ ਬਹੁਤੇ ਰੂਪ ਹੋਵਾ ਤੇ ਪਰਮਾਤਮਾ ਨੇ ਸਾਰੇ ਸੰਸਾਰ ਦੇ ਪਸਾਰੇ ਨੂੰ ਪਸਾਰ ਦੇਣਾ ਕੀਤਾ ਹੈ। ਫਿਰ ਉਹ ਜਦੋਂ ਪਰਮਾਤਮਾ ਚਾਹੇ ਆਪਣੇ ਸੱਚੇ ਸਰੂਪ ਦੇ ਵੀ ਸਾਰੀ ਸ੍ਰਿਸ਼ਟੀ ਨੂੰ ਸਮੇਟ ਲਵੇ। ਇਹ ਅਕਾਲ ਪੁਰਖ ਪਰਮਾਤਮਾ ਦਾ ਕੌਤਕ ਹੈ। ਇਸ ਲਈ ਵਾਹਿਗੁਰੂ ਦੀ ਸੱਚੀ ਕਾਰ ਇਹੋ ਹੀ ਜਾਣੋ ਕਿ ਜੋ ਪਰਮੇਸ਼ਰ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਪਰਵਰਿਸ਼ ਕਰਦਾ ਹੈ, ਆਪ ਹੀ ਜੀਵਾਂ ਦੀ ਲੈਤਾ ਕਰਦਾ ਹੈ। ਆਦੇਸ ਤਿਸੈ ਆਦੇਸ। ਮਹਾਰਾਜ ਸੱਚੇ ਪਾਤਸ਼ਾਹ ਉਚਾਰਦੇ ਹੈ, ਸਿੱਧੋ ਅਕਾਲ ਪੁਰਖ ਪਰਮੇਸ਼ਰ ਨੂੰ ਆਦੇਸ਼ ਨਮਸਕਾਰ ਹੀ ਕਰਨੀ ਚਾਹੀਦੀ ਹੈ। ਉਸ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਮਨ ਬਾਣੀ ਸਰੀਰ ਕਰਕੇ ਉਸ ਪਰਮਾਤਮਾ ਨੂੰ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤਾ। ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੂਲ ਸਰੂਪ ਹੈ, ਫਿਰ ਅਨਾਦੀ ਹੈ, ਫਿਰ ਅਨੀਲ ਅਗਿਆਨ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਐਸਾ ਜੋ ਹੱਤਣ ਤੋਂ ਰਹਿਤ ਹੈ। ਵੇਦਾਂ ਸ਼ਾਸਤਰਾਂ ਦੁਆਰਾ ਜਾਂ ਫਿਰ ਕਿਸੇ ਸ਼ਸਤਰ ਦੁਆਰਾ ਵੀ ਹੱਥ ਭਾਵ ਨੂੰ ਕੱਟਿਆ ਨਹੀਂ ਜਾ ਸਕਦਾ। ਜੁਗ ਜੁਗ ਏਕੋ ਬੇਸ। ਜਿਵੇਂ ਪਹਿਲਾਂ ਸਤਜੁਗ ਦੇ ਵਿੱਚ ਇੱਕ ਪਰਮਾਤਮਾ ਦਾ ਵੇਸ ਸਰੂਪ ਰੂਪ ਵੀ ਵੇਸ ਸੀ ਨਾ, ਇਸੇ ਤਰ੍ਹਾਂ ਫਿਰ ਤ੍ਰੇਤੇ ਯੁਗ ਦੇ ਵਿੱਚ ਵੀ ਸੀਗਾ। ਜੁਗ ਜੁਗ ਏਕੋ ਵੇਸ। ਫਿਰ ਦੁਆਪਰ ਦੇ ਵਿੱਚ ਵੀ ਪਰਮਾਤਮਾ ਦਾ ਇੱਕੋ ਹੀ ਸਰੂਪ ਰੂਪੀ ਵੇਸ ਸੀਗਾ। ਔਰ ਇਸ ਪ੍ਰਕਾਰ ਹੁਣ ਕਲਯੁਗ ਦੇ ਵਿੱਚ ਵੀ ਪਰਮਾਤਮਾ ਦਾ ਇੱਕੋ ਹੀ ਵੇਸ ਹੈ, ਇੱਕੋ ਹੀ ਪਰਮਾਤਮਾ ਦਾ ਇਕਸਾਰ ਸਰੂਪ ਹੈ। ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਦਾ ਇੱਕੋ ਹੀ ਸਰੂਪ ਹੋਵੇਗਾ। ਜੁਗ ਜੁਗ ਏਕੋ ਵੇਸ। ਐਸਾ ਉਹ ਪਰਮਾਤਮਾ ਦਾ ਵੇਸ ਹੈ, ਐਸਾ ਪਰਮੇਸ਼ਰ ਦਾ ਸਰੂਪ ਹੈ ਜੋ ਸਭ ਯੁੱਗਾਂ ਯੁੱਗਾਂ ਦੇ ਵਿੱਚ ਇਕਸਾਰ ਰਹਿਣ ਵਾਲਾ ਹੈ। ਸੋ ਇਸੇ ਪ੍ਰਕਾਰ ਫਿਰ ਇਹ ਪੌੜੀ ਸ਼ੁਰੂ ਤੋਂ ਪੜ੍ਹ ਦੇਵੋ ਜੀ। ਆਸਣ ਲੋਏ ਲੋਏ ਭੰਡਾਰਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਬੇਨਤੀ ਕਰਨ ਤੇ ਇਹ ਉਚਾਰਨ ਕਰਕੇ ਉਪਦੇਸ਼ ਬਖਸ਼ਿਆ, ਫਿਰ ਕਹਿੰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਦੇ ਆਸਣ ਬਾਰੇ ਤਾਂ ਆਪ ਜੀ ਨੇ ਕਥਨ ਕਰ ਦਿੱਤਾ ਹੈ। ਜਿਵੇਂ ਮਹਾਰਾਜ ਅਸੀਂ ਤਰ੍ਹਾਂ ਤਰ੍ਹਾਂ ਦੇ ਆਸਣ ਲਗਾਉਂਦੇ ਹਾਂ, ਤੁਹਾਡਾ ਆਸਣ ਕਿਹੜਾ ਹੈ? ਮਹਾਰਾਜ ਜਿਵੇਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਸਾਡਾ ਆਸਣ ਲੱਗਾ ਹੈ। ਇਸ ਪ੍ਰਕਾਰ ਆਪ ਕਿਰਪਾ ਕਰਕੇ ਦੱਸੋ ਮਹਾਰਾਜ ਤੁਹਾਡਾ ਆਸਣ ਕਿਹੜਾ? ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੀ ਬੇਨਤੀ ਕਰਨ ਤੇ ਫਰਮਾਉਂਦੇ ਹਨ, ਜੋ ਕਿਸ ਪਾਇਆ ਸੋ ਏਕਾ ਬਾਰਾ। ਆਸਣ ਲੋਏ ਲੋਏ ਭੰਡਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰਦੇ ਹੈ, ਹੇ ਸਿੱਧੋ ਸਾਡਾ ਜਿਹੜਾ ਆਸਣ ਹੈ ਨਾ, ਜੋ ਲੋਏ ਪ੍ਰਕਾਸ਼ ਸਰੂਪ ਅਕਾਲ ਪੁਰਖ ਪਰਮਾਤਮਾ ਹੈ। ਉਹ ਅਕਾਲ ਪੁਰਖ ਐਸਾ ਪਰਮੇਸ਼ਰ ਹੈ ਜੋ ਸੰਸਾਰ ਦੇ ਅੰਦਰ ਸਭ ਲੋਏ ਪ੍ਰਕਾਸ਼ ਰੂਪ ਹੋ ਕਰਕੇ ਹੀ ਵਰਤ ਰਿਹਾ ਹੈ। ਉਹ ਪਰਮਾਤਮਾ ਐਸਾ ਜੋਤ ਰੂਪ ਹੋ ਕਰਕੇ ਜੀਵਾਂ ਅੰਦਰ ਪ੍ਰਕਾਸ਼ ਕਰ ਰਿਹਾ ਹੈ। ਜਿਵੇਂ ਚੰਦਰਮਾ ਪ੍ਰਕਾਸ਼ ਕਰਦਾ ਰਾਤ ਦੇ ਸਮੇਂ, ਉਹ ਚੰਦਰਮਾ ਰੂਪ ਹੋ ਕੇ ਪਰਮਾਤਮਾ ਪ੍ਰਕਾਸ਼ ਕਰਦਾ ਹੈ। ਦਿਨ ਸਮੇਂ ਸੂਰਜ ਸੰਸਾਰ ਦੇ ਅੰਦਰ
ਸਭ ਥਾਵਾਂ ਤੇ ਪ੍ਰਕਾਸ਼ ਕਰਦਾ ਹੈ। ਸੂਰਜ ਦੀਆਂ ਕਿਰਨਾਂ ਦੁਆਰਾ, ਸੂਰਜ ਦੇ ਪ੍ਰਤੀਬਿੰਬ ਕਰਕੇ ਸਭ ਥਾਵਾਂ ਤੇ ਪ੍ਰਕਾਸ਼ ਪ੍ਰਕਾਸ਼ ਹੋ ਜਾਂਦਾ ਹੈ। ਉਹ ਸੂਰਜ ਨੂੰ ਵੀ ਪਰਮੇਸ਼ਰ ਪ੍ਰਕਾਸ਼ ਦੇਣ ਵਾਲਾ ਹੈ। ਫਿਰ ਰਾਤ ਦੇ ਸਮੇਂ ਤਾਰੇ ਜਿਵੇਂ ਟਿਮਟਮਾਉਂਦੇ ਆ, ਪ੍ਰਕਾਸ਼ ਕਰਦੇ ਆ, ਤੇ ਤਾਰਿਆਂ ਨੂੰ ਵੀ ਸਤਾ ਦੇਣ ਵਾਲਾ, ਤਾਰਿਆਂ ਰੂਪ ਹੋ ਕੇ ਪ੍ਰਕਾਸ਼ ਕਰਨ ਵਾਲਾ ਆਕਾਸ਼ ਦੇ ਵਿੱਚ ਉਹ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਐਸਾ ਉਹ ਆਸਣ ਲੋਏ 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 ਪ੍ਰਕਾਸ਼ ਸਰੂਪ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ, ਤੇ ਪਰਮੇਸ਼ਰ ਦੇ ਜੋਤ ਜਿਹੜੀ ਪ੍ਰਕਾਸ਼ ਸਰੂਪ ਹੈ। ਫਿਰ ਮਹਾਰਾਜ ਕਹਿੰਦੇ ਉਹ ਪ੍ਰਕਾਸ਼ ਕਰਕੇ ਹੀ ਸਭ ਮਹਿ ਚਾਨਣ ਹੋਏ, ਸਭ ਥਾਵਾਂ ਤੇ ਚਾਨਣ ਹੋ ਰਿਹਾ ਹੈ। ਇਹ ਥੋੜਾ ਕਿ ਸੂਰਜ ਆਪਣੇ ਬਲ ਕਰਕੇ ਪ੍ਰਕਾਸ਼ ਕਰ ਰਿਹਾ ਹੈ, ਇਹ ਥੋੜਾ ਕਿ ਚੰਦਰਮਾ ਆਪਣੀ ਸ਼ਕਤੀ ਕਰਕੇ ਹੀ ਰਾਤ ਦੇ ਸਮੇਂ ਕਿਰਨਾਂ ਛੱਡਦਾ ਹੈ ਔਰ ਬਨਸਪਤ ਵਰਦੀ ਫੁੱਲਦੀ ਹੈ। ਨਹੀਂ, ਉਹ ਪ੍ਰਮਾਤਮਾ ਦੀ ਸ਼ਕਤੀ ਕਰਕੇ ਹੈ। ਤਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਮਸਕਾਰਾਂ ਕੀਤੀਆਂ ਨੇ ਜਾਪ ਸਾਹਿਬ ਦੀ ਪਾਵਨ ਬਾਣੀ ਵਿੱਚ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਹੇ ਪ੍ਰਮਾਤਮਾ, ਤੈਨੂੰ ਸਾਡੀ ਨਮਸਕਾਰ ਹੈ। ਸੂਰਜ ਨੂੰ ਵੀ ਮਹਾਰਾਜ ਪ੍ਰਕਾਸ਼ ਦੇਣ ਵਾਲਾ ਹੈ, ਸ਼ਕਤੀ ਦੇਣ ਵਾਲਾ ਹੈ। ਮਹਾਰਾਜ ਚੰਦਰਮਾ ਨੂੰ ਸ਼ਕਤੀ ਪ੍ਰਦਾਨ ਕਰਨ ਵਾਲਾ ਹੈ। ਹੇ ਪਰਮੇਸ਼ਰ, ਆਪ ਜੀ ਨੂੰ ਸਾਡੀ ਨਮਸਕਾਰ ਹੈ, ਨਮਸਕਾਰ ਹੈ। ਐਸਾ ਉਹ ਪਰਮੇਸ਼ਰ ਹੈ, ਆਸਣ ਲੋਏ ਲੋਏ ਭੰਡਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹ ਗਿਆਨ ਸਰੂਪ ਦੀ ਵੀ ਜਿਹੜਾ ਚਿੱਤ ਦੀ ਸਥਿਤੀ ਕਰਨੀ ਹੈ ਨਾ, ਇਹੋ ਹੀ ਅਸਲ ਦੇ ਵਿੱਚ ਸਾਡਾ ਜਿਹੜਾ ਆਸਣ ਲੱਗਾ ਹੈ। ਫਿਰ ਭੰਡਾਰ ਉਹ ਪਰਮਾਤਮਾ ਦੇ ਬ੍ਰਹਮਾਨੰਦ ਦੇ ਭੰਡਾਰੇ ਨੂੰ ਭੋਜਨ ਜਾਣ ਕਰਕੇ ਛਕਣਾ, ਇਹੋ ਹੀ ਸਾਡਾ ਭੰਡਾਰਾ ਹੈ। ਜੋ ਕਿਸ ਪਾਇਆ ਸੋ ਏਕਾ ਬਾਰਾ। ਤੇ ਜੋ ਕੁਝ ਅਸਾਂ ਨੇ ਪ੍ਰਾਪਤ ਕਰਨਾ ਸੀ ਇੱਕੋ ਵਾਰ ਹੀ ਕਰ ਲਿਆ। ਜਦੋਂ ਵੇਈ ਨਦੀ ਵਿੱਚ ਪ੍ਰਵੇਸ਼ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਵਿੱਚ ਗਏ ਹੈ ਨਾ ਸਾਧ ਸੰਗਤ ਜੀ, ਉਦੋਂ ਅਕਾਲ ਪੁਰਖ ਪਰਮੇਸ਼ਰ ਜੀ ਤੋਂ ਮਹਾਮੰਤਰ ਦੀ ਦਾਤ ਲਈ ਸੀਗੀ। ਜਿਵੇਂ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਦੀ ਪ੍ਰਾਰੰਭਤਾ ਵਿੱਚ ਬੇਨਤੀ ਕੀਤੀ ਸੀਗੀ ਕਿ 5 ਪ੍ਰਕਾਰ ਦਾ ਮੰਤਰ ਹੁੰਦਾ ਹੈ, ਬੀਜ ਮੰਤਰ, ਗੁਰ ਮੰਤਰ, ਇਸ ਪ੍ਰਕਾਰ ਮਹਾਮੰਤਰ, ਮੂਲ ਮੰਤਰ ਤੇ 5ਵਾਂ ਮਾਲਾ ਮੰਤਰ। ਇਹ 5 ਮੰਤਰਾਂ ਦੇ ਵਿੱਚੋਂ ਸਾਧ ਸੰਗਤ ਦੀ ਜਿਹੜਾ ਮਹਾਮੰਤਰ ਹੈ ਨਾ, ਤੀਸਰੇ ਥਾਂ ਤੇ ਇਹ ਅਕਾਲ ਪੁਰਖ ਪਰਮੇਸ਼ਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਆ ਸੀ ਜਦੋਂ ਵੇਈ ਨਦੀ ਵਿੱਚ ਸਤਿਗੁਰੂ ਜੀ ਪ੍ਰਵੇਸ਼ ਹੋਏ ਸਨ। ਸੱਚਖੰਡ ਦੇ ਵਿੱਚ ਜਾ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਉਚਾਰਨ ਕਰਦੇ, ਜੋ ਕਿਛ ਪਾਇਆ ਸੋ ਏਕਾ ਵਾਰ। ਮਹਾਰਾਜ ਜੀ ਕਹਿੰਦੇ, ਹੈ ਸਿੱਧੋ, ਜੋ ਕੁਝ ਅਸਾਂ ਨੇ ਪ੍ਰਾਪਤ ਕਰਨਾ ਸੀ ਇੱਕੋ ਵਾਰ ਹੀ ਕਰ ਲਿਆ। ਹੋਰ ਕੋਈ ਸਾਨੂੰ ਉਪਦੇਸ਼ ਲੈਣ ਦੀ, ਕੋਈ ਦੁਨੀਆ ਦੇ ਮੰਤਰ ਲੈਣ ਦੀ ਸਾਨੂੰ ਲੋੜ ਨਹੀਂ ਹੈ। ਸਭ ਤੋਂ ਸ਼੍ਰੋਮਣੀ ਮੰਤਰ ਪਰਮਾਤਮਾ ਤੋਂ ਅਸਾਂ ਨੇ ਪ੍ਰਾਪਤ ਕਰ ਲਿਆ। ਫਿਰ ਸਾਧ ਸੰਗਤ ਜੀ ਅੱਗੇ ਜੋ ਹਜੂਰ ਨੇ ਉਚਾਰਨ ਕੀਤਾ ਸੀ ਨਾ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪਰਮੇਸ਼ਰ ਤੋਂ ਮੰਤਰ ਦੀ ਦਾਤ ਲਈ ਸੀ। ਅੱਗੇ ਫਿਰ ਸਤਿਗੁਰੂ ਜੀ ਨੇ ਉਚਾਰਨ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਫਿਰ ਮੂਲ ਮੰਤਰ ਬਣੇ ਹੈ। ਜੋ ਮਹਾਮੰਤਰ ਤੱਕ ਹੈ ਇਹ ਪਰਮਾਤਮਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਤਰ ਲਿਆ। ਤੇ ਸਾਧ ਸੰਗਤ ਜੀ, ਐਸਾ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਰਾਲਾ ਸਿੱਖ ਪੰਥ ਜਗਤ ਅੰਦਰ ਉਜਾਗਰ ਕੀਤਾ ਹੈ। ਸਤਿਗੁਰੂ ਜੀ ਨੇ ਮਰਜ਼ਾਦਾ ਕਾਇਮ ਕਰ ਦਿੱਤੀ। ਜਦੋਂ ਪਰਮੇਸ਼ਰ ਤੋਂ ਨਾਮ ਦੀ ਦਾਤ ਲੈ ਕਰਕੇ ਜਗਤ ਅੰਦਰ ਪ੍ਰਗਟ ਹੋਏ ਸਨ, 3 ਦਿਨ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਸੀ ਵੇਈ ਨਦੀ ਵਿੱਚੋਂ। ਜਦੋਂ ਸੱਚਖੰਡ ਤੋਂ ਮਹਾਰਾਜ ਸੱਚੇ ਪਾਤਸ਼ਾਹ ਮੰਤਰ ਦੀ ਦਾਤ ਲੈ ਕਰਕੇ ਆਏ ਹੈ। ਔਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜਿਵੇਂ ਸਤਿਗੁਰੂ ਜੀ ਦੇ ਪ੍ਰਕਾਸ਼ ਹੋਣੇ ਤੋਂ ਪਹਿਲਾਂ ਜਿਵੇਂ ਦੀ ਸੰਸਾਰ ਦਾ ਰੀਤੀ ਰਿਵਾਜ ਸੀਗਾ, ਜਦੋਂ ਵਿਆਹ ਸ਼ਾਦੀ ਹੁੰਦੀ ਤੇ ਅੱਗ ਦੇ ਦਿਵਾਲੇ ਫੇਰੇ ਲਏ ਜਾਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਸ ਸਮੇਂ ਮਹਾਮੰਤਰੇ ਅਕਾਲ ਪੁਰਖ ਪਰਮੇਸ਼ਰ ਤੋਂ ਨਾਮ ਦੀ ਦਾਤ ਲੈ ਕਰਕੇ ਆਏ ਸਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਸ਼ਾਦੀ ਸੀ ਨਾ, ਵਿਆਹ ਪੁਰਬ ਸੀਗਾ ਸਤਿਗੁਰੂ ਜੀ ਦਾ,
ਉਹ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਮੰਤਰ ਦੀ ਦਾਤ ਲੈ ਕਰਕੇ ਆਏ ਸਨ ਤੇ ਹਜੂਰ ਨੇ ਉੱਚੇ ਥਾਂ ਤੇ ਚੌਂਕੀ ਰੱਖ ਕੇ ਬਹੁਤ ਹੀ ਸੁੰਦਰ ਉੱਪਰ ਰੁਮਾਲਾ ਵਿਛਾ ਕੇ ਤੇ ਬੜੇ ਸਤਿਕਾਰ ਦੇ ਨਾਲ ਇਹ ਸਾਧ ਸੰਗਤ ਜੀ ਨਾਮ ਦੀ ਦਾਤ ਉੱਪਰ ਲਿਖ ਕਰਕੇ ਮਹਾਮੰਤਰ ਔਰ ਨਾਲ ਜੋ ਮੂਲ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਇਹ ਸਾਰਾ ਲਿਖ ਕਰਕੇ ਫਿਰ ਉਹ ਸਾਧ ਸੰਗਤ ਜੀ ਗੁਰਬਾਣੀ ਨੂੰ ਪਰਮੇਸ਼ਰ ਸਰੂਪ ਜਾਣ ਕਰਕੇ ਉਹਦੀਆਂ ਪਰਿਕਰਮਾ ਕੀਤੀਆਂ ਸਨ। ਸਤਿਗੁਰੂ ਜੀ ਨੇ ਅੱਗ ਦੇ ਦੁਆਲੇ ਨਹੀਂ ਪਰਿਕਰਮਾ ਕੀਤੀਆਂ ਵਿਆਹ ਪੁਰਬ ਦੇ ਸਮੇਂ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਆਏ ਹੈ, ਸਾਧ ਸੰਗਤ ਬਟਾਲੇ ਨਗਰ ਦੇ ਸ਼ਹਿਰ ਦੇ ਵਿੱਚ ਅੱਜ ਵੀ ਸਤਿਗੁਰੂ ਜੀ ਪਵਿੱਤਰ ਯਾਦ ਹੈ, ਜੋ ਗੁਰਦੁਆਰਾ ਕੰਧ ਸਾਹਿਬ ਹੈ, ਆਪ ਸੰਗਤਾਂ ਨੇ ਦਰਸ਼ਨ ਕੀਤੇ ਹੋਵਣਗੇ ਬਟਾਲੇ ਸ਼ਹਿਰ ਦੇ ਵਿੱਚ। ਜਿਹੜੇ ਉਹ ਸਮੇਂ ਦੇ ਪਾਂਡੇ ਲੋਕ ਈਰਖਾਲੂ ਸਨ, ਉਹਨਾਂ ਨੇ ਯਤਨ ਕੀਤੇ ਸਨ ਕਿ ਕੰਧ ਨੂੰ ਸੁੱਟ ਦਿੱਤਾ ਜਾਵੇ। ਕੁਝ ਮਖੌਲ ਦੇ ਨਾਲ ਕੁਝ ਬੀਬੀਆਂ ਵੀ ਉੱਥੇ ਬੈਠੀਆਂ ਸਨ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੰਜੇ ਤੇ ਸਤਿਗੁਰੂ ਜੀ ਬਿਰਾਜੇ ਤੇ ਸਤਿਗੁਰੂ ਜੀ ਨੂੰ ਕੁਝ ਇੱਕ ਆਗ ਕਰਕੇ ਬਜ਼ੁਰਗ ਮਾਤਾ ਨੇ ਆਖਿਆ ਕਿ ਮਹਾਰਾਜ ਤੁਸੀਂ ਇੱਥੋਂ ਉੱਠ ਜਾਵੋ, ਇਹ ਕੰਧ ਡਿੱਗ ਪਵੇਗੀ। ਇੱਕ ਤਾਂ ਤਿੜਕੀ ਹੋ ਕੰਧ ਸੀ, ਦੂਜਾ ਮਖੌਲ ਕਰਨ ਦੇ ਵਾਸਤੇ ਕਈਆਂ ਨੇ ਉੱਥੇ ਬੀਬੀਆਂ ਵੀ ਇਕੱਠੀਆਂ ਹੋਈਆਂ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿਣ ਲੱਗੇ ਇਹ ਮਾਤਾ ਇਹ ਕੰਧ ਨਹੀਂ ਡਿੱਗਣ ਵਾਲੀ, ਭਾਵੇਂ ਤਿੜਕੀ ਹੋਈ ਜੁਗਾਂ ਜੁਗਾਂ ਤੱਕ ਕੰਧ ਇਸੇ ਤਰ੍ਹਾਂ ਹੀ ਰਹੇਗੀ। ਤੇ ਸਾਧ ਸੰਗਤ ਜੀ ਅੱਜ ਵੀ ਸ਼ੀਸ਼ੇ ਦੇ ਵਿੱਚ ਉਸੇ ਤਰ੍ਹਾਂ ਹੀ ਮੜੀ ਹੈ ਉਹ ਕੰਧ, ਮਹਾਰਾਜ ਸੱਚੇ ਪਾਤਸ਼ਾਹੀ ਪਵਿੱਤਰ ਯਾਰ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਪ ਸ਼ਬਦ ਦੀਆਂ ਪਰਿਕਰਮਾ ਕੀਤੀਆਂ ਨੇ, ਉੱਥੇ ਹਜੂਰ ਨੇ ਆਪਣੇ ਸਿੱਖਾਂ ਨੂੰ ਵੀ ਉਪਦੇਸ਼ ਬਖਸ਼ਿਸ਼ ਕੀਤਾ ਕਿ ਕਦਾਚਿਤ ਵੀ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕਰਨੀ ਆ। ਇਹ ਗੁਰੂ ਘਰ ਦੀ ਮਰਜ਼ਾਦਾ ਹੈ, ਕਿਉਂਕਿ ਅੱਜ ਦੇਖਾ ਦਿਖਾਈ ਸਾਧ ਸੰਗਤ ਜੀ ਹੋਰ ਸੰਸਾਰ ਦੇ ਮਤਾਂ ਮਤਾਂਤਰਾਂ ਅਨੁਸਾਰ ਅਸੀਂ ਦੇਖ ਕਰਕੇ ਕਰਨ ਲੱਗ ਪਏ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਜੂਰ ਦੀ ਸ਼ਰਨ ਛੱਡ ਕਰਕੇ ਹੋਰ ਦਰ ਦਰ ਤੇ ਭਟਕ ਰਹੇ ਹਾਂ। ਸੰਸਾਰ ਦੇ ਲੋਕ ਲੱਜਾ ਰੱਖਣ ਦੇ ਵਾਸਤੇ ਜਾਂ ਹੋਰ ਮਤਾਂ ਮਤਾਂਤਰਾਂ ਨੂੰ ਧਾਰਨ ਕਰਕੇ ਤੇ ਅੱਗ ਦੇ ਦੁਆਲੇ ਅੱਜ ਅਸੀਂ ਪਰਿਕਰਮਾ ਕਰਨ ਲੱਗ ਪਏ ਹਾਂ। ਪਰ ਇਹ ਗੁਰਮਤ ਨਹੀਂ, ਮਨਮਤ ਹੈ। ਗੁਰਮਤ ਤਾਂ ਉਹ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਫਿਰ ਕਈ ਵਾਰ ਇਵੇਂ ਵੀ ਸਾਧ ਸੰਗਤ ਜੀ ਦੇਖਣ ਸੁਣਨ ਵਿੱਚ ਆਉਂਦਾ ਹੈ, ਕਈ ਤਾਂ ਇੰਨੀ ਜ਼ਿਆਦਾ ਮਨਮਤ ਕਰਦੇ ਆ ਵਿਆਹ ਕਾਰਜ ਦੇ ਸਮੇਂ ਕਿ ਜਦੋਂ ਪਰਿਕਰਮਾ ਕਰਨੀਆਂ ਹੁੰਦੀਆਂ ਕਈ ਬੈਠੇ ਹੀ ਰਹਿੰਦੇ ਆ, ਪਰਿਕਰਮਾ ਉੱਠ ਕਰਕੇ ਕਰਦੇ ਹੀ ਨਹੀਂ। ਜਾਂ ਫਿਰ ਸਾਧ ਸੰਗਤ ਜੀ ਗ੍ਰੰਥੀ ਸਿੰਘ ਨੂੰ ਹਜ਼ੂਰੀ ਵਿੱਚ ਉਠਾਲ ਦੇਣਗੇ ਕਿ ਭਾਈ ਤੇਰੀਆਂ ਨਹੀਂ ਪਰਿਕਰਮਾ ਕਰਨੀਆਂ, ਅਸੀਂ ਤਾਂ ਮਹਾਰਾਜ ਦੀਆਂ ਪਰਿਕਰਮਾ ਕਰਨੀਆਂ। ਇਹ ਗੁਰਮਤ ਨਹੀਂ ਹੈ, ਮਨਮਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਬਖਸ਼ੀ ਹੋਈ ਜੋ ਮਰਜ਼ਾਦਾ ਹੈ, ਇਸ ਨੂੰ ਧਾਰਨ ਕਰਨਾ ਚਾਹੀਦਾ, ਕਿਉਂਕਿ ਮਰਜ਼ਾਦਾ ਦੇ ਵਿੱਚੋਂ ਹੀ ਪਿਆਰ ਪੈਦਾ ਹੁੰਦਾ, ਮਰਜ਼ਾਦਾ ਵਿੱਚੋਂ ਪ੍ਰੇਮ ਜਨਮ ਲੈਂਦਾ, ਪ੍ਰੇਮ ਦੇ ਵਿੱਚੋਂ ਸਾਧ ਸੰਗਤ ਗਿਆਨ ਦਾ ਜਨਮ ਹੁੰਦਾ ਤੇ ਗਿਆਨ ਦੇ ਵਿੱਚੋਂ ਪ੍ਰਕਾਸ਼। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਜੀਵਨ ਦੇ ਵਿੱਚ ਮਰਜ਼ਾਦਾ ਹੈ। ਜਿਸ ਮਨੁੱਖ ਨੇ ਆਪਣੇ ਜੀਵਨ ਨੂੰ ਮਰਜ਼ਾਦਾ ਦੇ ਸਾਂਚੇ ਵਿੱਚ ਨਹੀਂ ਕਦੇ ਵੀ ਢਾਲਿਆ, ਉਹ ਤਾਂ ਦੁਨਿਆਵੀ ਕੰਮ ਦੇ ਵਿੱਚ ਵੀ ਕਦੇ ਸਾਧ ਸੰਗਤ ਜੀ ਸਫਲਤਾ ਨਹੀਂ ਪ੍ਰਾਪਤ ਕਰ ਸਕਦਾ। ਦੁਨੀਆ ਦਾ ਵੀ ਕੋਈ ਭਾਵੇਂ ਕੰਮ ਹੋਵੇ ਸਾਂ, ਤੇ ਜਿਹੜਾ ਪਰਮਾਰਥ ਦੇ ਰਸਤੇ ਤੇ ਚੱਲਣਾ ਹੈ, ਜੋ ਭਾਵ ਭਗਤੀ ਦਾ ਮਾਰਗ ਧਾਰਨ ਕਰਨਾ ਹੈ, ਇਹ ਤਾਂ ਬੜੀ ਸੂਖਮ ਕਲਾ ਹੈ, ਇਹ ਤਾਂ ਬਹੁਤ ਸੂਖਮ ਕਲਾ ਹੈ। ਇਸ ਕਰਕੇ ਪਹਿਲਾ ਮਰਜ਼ਾਦਾ ਹੈ, ਫਿਰ ਸਾਧ ਸੰਗਤ ਜੀ ਪ੍ਰੇਮ ਹਿਰਦੇ ਵਿੱਚ ਉਤਪੰਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਹਜੂਰ ਦੀ ਜੋ ਬਖਸ਼ੀ ਹੋਈ ਮਰਜ਼ਾਦਾ ਇਹ ਸਾਨੂੰ ਧਾਰਨ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ, ਸਿੱਧੋ ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਅਸਾਂ ਨੇ ਪ੍ਰਾਪਤ ਕਰਨਾ ਸੀਗਾ, ਅਕਾਲ ਪੁਰਖ ਪਰਮਾਤਮਾ ਜੀ ਤੋਂ ਮੰਤਰ ਦੀ ਦਾਤ ਅਸਾਂ ਨੇ ਪ੍ਰਾਪਤ ਕਰ ਲਈ ਹੈ। ਹੋਰ ਸਾਨੂੰ ਹੁਣ ਦੁਨੀਆ ਦੇ ਮੰਤਰਾਂ ਤੰਤਰਾਂ ਦੀ ਜਾਂ ਫਿਰ ਟੂਣੇ ਟਾਮਣਾ ਦੀ, ਇਸ ਪ੍ਰਕਾਰ ਦੁਨੀਆ ਦੇ ਹੋਰ ਮਤਾਂ ਮਤਾਂਤਰਾਂ ਦੇ ਉਪਦੇਸ਼ ਧਾਰਨ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਹੈ।
ਕਰ ਕਰ ਵੇਖੈ ਸਿਰਜਣਹਾਰਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਕੀ ਸੰਸਾਰ ਦੇ ਅੰਦਰ ਕਾਰ ਕਰਦੇ ਹੋ, ਇਸ ਪ੍ਰਕਾਰ ਪਰਮੇਸ਼ਰ ਨੂੰ ਕਿਵੇਂ ਦੇਖਦੇ ਹੋ? ਤੇ ਹਜੂਰ ਕਹਿੰਦੇ ਕਰ ਕਰ ਵੇਖੈ ਸਿਰਜਣਹਾਰ, ਕਹਿੰਦੇ ਜੋ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਪਰਮੇਸ਼ਰ ਹੈ, ਉਸ ਪਰਮਾਤਮਾ ਦੇ ਜਸ ਨੂੰ ਕਰ ਸਰਵਣ ਕਰਕੇ ਫਿਰ ਮੰਨਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਸਰੂਪ ਨੂੰ ਦੇਖਿਆ ਜਾਂਦਾ ਹੈ। ਕਿਉਂਕਿ ਜਿੰਨੀ ਦੇਰ ਤੱਕ ਜੀਵਨ ਦੇ ਵਿੱਚ ਮਨੁੱਖ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਕਮਾਈ ਨਹੀਂ ਕਰਦਾ, ਮੰਨਣ ਨਹੀਂ ਨਾ ਕਰਦਾ, ਉਨੀ ਦੇਰ ਤੱਕ ਕਦੇ ਜੀਵਨ ਦੇ ਵਿੱਚ ਉਪਦੇਸ਼ ਕਮਾਇਆ ਹੀ ਨਹੀਂ ਜਾ ਸਕਦਾ। ਉਨੀ ਦੇਰ ਤੱਕ ਕਦਾਚਿਤ ਵੀ ਉਹ ਪਰਮਾਤਮਾ ਦੇ ਸਰੂਪ ਨੂੰ ਹਰ ਘਟ ਦੇ ਅੰਦਰ ਪਹਿਚਾਣਿਆ ਨਹੀਂ ਜਾ ਸਕਦਾ, ਜਿੰਨੀ ਦੇਰ ਤੱਕ ਸੁਣ ਕੇ ਮੰਨਦਾ ਨਹੀਂ ਹੈ। ਜੋ ਪਹਿਲਾਂ 4 ਪੌੜੀਆਂ ਮੰਨਣ ਦੇ ਪ੍ਰਥਾਏ ਤੇ 4 ਸੁਣਨ ਦੇ ਪ੍ਰਥਾਏ ਹਜੂਰ ਨੇ ਬਖਸ਼ੇ ਸਨ, ਉਪਦੇਸ਼ ਬਖਸ਼ਿਆ ਸੀਗਾ, ਬਹੁਤ ਵੱਡਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਸੀ। ਇਸ ਲਈ ਪਹਿਲਾਂ ਸੁਣਨਾ ਤੇ ਫਿਰ ਮੰਨਣਾ। ਕਰ ਕਰ ਵੇਖੈ ਸਿਰਜਣਹਾਰ, ਕਹਿੰਦੇ ਹਨ ਅਕਾਲ ਪੁਰਖ ਪਰਮੇਸ਼ਰ ਦੇ ਜਸ ਨੂੰ ਸੁਣ ਕੇ ਇਸ ਪ੍ਰਕਾਰ ਫਿਰ ਮਨ ਕਰਕੇ ਵਾਹਿਗੁਰੂ ਦੇ ਸਿਰਜਣਹਾਰ ਪਰਮੇਸ਼ਰ ਦੇ ਸਰੂਪ ਨੂੰ ਦੇਖਦੇ ਹਾਂ। ਨਾਨਕ ਸੱਚੇ ਕੀ ਸਾਚੀ ਕਾਰ। ਤੇ ਜੇ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਤੁਹਾਡੀ ਕਾਰ ਕਿਹੜੀ ਹੈ, ਤੁਸੀਂ ਕਿਹੜੀ ਕਾਰ ਕਰਦੇ ਹੋ? ਇਹ ਹਜੂਰ ਕਹਿੰਦੇ ਹਨ ਸੱਚੇ ਪਰਮਾਤਮਾ ਦੀ ਭਾਵ ਭਗਤੀ ਰੂਪ ਕਾਰ ਅਸੀਂ ਕਰ ਰਹੇ ਹਾਂ। ਨਾਨਕ ਸੱਚੇ ਕੀ ਸਾਚੀ ਕਾਰ, ਪਰਮੇਸ਼ਰ ਦੀ ਜੋ ਭਗਤੀ ਰੂਪ ਕਾਰ ਉਹ ਸਦੀਵੀ ਕਾਲ ਵਾਸਤੇ ਸੱਚੀ ਹੈ, ਔਰ ਉਸ ਪਰਮਾਤਮਾ ਦੀ ਸੱਚੀ ਭਗਤੀ ਰੂਪ ਪ੍ਰੇਮਾ ਭਗਤੀ ਕਾਰ ਨੂੰ ਅਸੀਂ ਕਰ ਰਹੇ ਹਾਂ। ਆਦੇਸ਼ ਤਿਸੈ ਆਦੇਸ਼, ਉਸ ਪਰਮੇਸ਼ਰ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਹੇ ਸਿੱਧੋ ਤੁਸੀਂ ਵੀ ਮਿਲ ਕਰਕੇ ਆਦੇਸ਼ ਪਰਮਾਤਮਾ ਨੂੰ ਨਮਸਕਾਰ ਕਰੋ। ਆਦ ਅਨੀਲ ਅਨਾਦ ਅਨਾਹਤ, ਜੋ ਸਾਰੀ ਸ੍ਰਿਸ਼ਟੀ ਦਾ ਆਦ ਮੂਲ ਸਰੂਪ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਅਨੀਲ, ਅਗਿਆਨ ਤੋਂ ਰਹਿਤ ਹੈ, ਫਿਰ ਹੱਤਿਆ ਨਹੀਂ ਜਾ ਸਕਦਾ। ਪਰਮਾਤਮਾ ਦਾ ਸਰੂਪ ਅਨਾਦਿ ਸਰੂਪ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚ ਇੱਕੋ ਹੀ ਪਰਮਾਤਮਾ ਦਾ ਸਰੂਪ ਰੂਪੀ ਵੇਸ ਵਰਤ ਰਿਹਾ ਹੈ। ਉਹ ਪਰਮਾਤਮਾ ਦਾ ਇਹ ਨਹੀਂ ਹੈ ਕਿ ਨਿਰਗੁਣ ਸਰੂਪ ਦੇ ਵਿੱਚ ਕੋਈ ਭੇਖ, ਕੋਈ ਰੰਗ, ਜਾਤ ਪਾਤ ਕੋਈ ਕਥਨ ਕਰ ਲਵੇ। ਪਰਮਾਤਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਐਸਾ ਉਹ ਪਰਮੇਸ਼ਰ ਹੈ। ਔਰ ਇਸੇ ਪ੍ਰਕਾਰ ਇਸੇ ਪੌੜੀ ਦੇ ਅੰਦਰ ਸਾਧ ਸੰਗਤ ਜੀ ਸਿੱਖ ਮੁਖ ਦੁਆਰਾ ਜੋ ਪ੍ਰਸ਼ਨ ਕੀਤਾ ਗਿਆ ਸਤਿਗੁਰੂ ਜੀ ਦੇ ਚਰਨਾਂ 'ਚ, ਮਹਾਰਾਜ ਸੱਚੇ ਪਾਤਸ਼ਾਹ ਜੀ, ਹੇ ਮਹਾਰਾਜ ਪਰਮੇਸ਼ਰ ਦੀ ਕਿਸ ਢੰਗ ਦੇ ਨਾਲ ਪ੍ਰਾਪਤੀ ਹੁੰਦੀ ਹੈ? ਜਿਵੇਂ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ, ਸਤਿਗੁਰੂ ਜੀ ਉਪਦੇਸ਼ ਦਿੰਦੇ ਆ, ਫਿਰ ਇਸੇ ਪੌੜੀ ਨੂੰ ਆਰੰਭ ਤੋਂ ਪੜ੍ਹ ਦੇਵੋ ਜੀ। ਆਸਣ ਲੋਏ ਲੋਏ ਭੰਡਾਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਜਾਣ ਕਰਕੇ ਸਿੱਖ ਨੂੰ ਉਪਦੇਸ਼ ਦਿੰਦੇ ਆ ਕਿ ਮਨ ਦੇ ਵਿੱਚ ਇਹਦੇ ਆਸਾ ਜਾਗੀ ਹੈ ਬ੍ਰਹਮ ਦੇ ਨਾਲ ਮਿਲਣੇ ਦੀ। ਜਗਿਆਸੂ ਕਿਹਾ ਹੀ ਉਸ ਨੂੰ ਜਾਂਦਾ ਜਿਹਦੇ ਮਨ ਵਿੱਚ ਆਸਾ ਜਾਗੀ ਹੋਵੇ, ਕਿਉਂਕਿ ਆਸਾ ਵੀ ਇੱਕ ਪ੍ਰਕਾਰ ਦੀ ਥੋੜ੍ਹਾ ਹੈ। ਜਗਤ ਨੂੰ ਕਿਸੇ ਨੂੰ ਧਨ ਦੀ ਆਸਾ ਹੈ, ਕਿਸੇ ਨੂੰ ਪਦਾਰਥਾਂ ਦੀ ਆਸਾ, ਕਿਸੇ ਨੂੰ ਲੰਮੀ ਜ਼ਿੰਦਗੀ ਜਿਉਣ ਦੀ ਆਸਾ ਹੈ, ਕਿਸੇ ਨੂੰ ਦੁਨੀਆ ਭਰ ਦੇ ਸੁੱਖਾਂ ਦੀ ਆਸਾ ਹੈ, ਕੋਈ ਵਿਸ਼ਿਆਂ ਨੂੰ ਸੰਸਾਰ ਦੇ ਵਿਕਾਰਾਂ ਨੂੰ ਭੋਗਣ ਦੀ ਆਸਾ ਰੱਖੀ ਬੈਠਾ ਹੈ। ਇਹ ਵੱਖੋ ਵੱਖਰੀ ਤੇ ਤਰ੍ਹਾਂ ਤਰ੍ਹਾਂ ਦੀ ਕਈ ਪ੍ਰਕਾਰ ਦੀ ਆਸਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇੱਕ ਉਹ ਵੀ ਬੰਦਗੀ ਕਰਨ ਵਾਲੇ ਹੈ, ਵਡਭਾਗੇ ਪੁਰਖ ਹੈ ਜਿਨ੍ਹਾਂ ਨੂੰ ਰੱਬ ਦੇ ਨਾਲ ਮਿਲਣ ਦੀ ਆਸਾ ਲੱਗੀ ਹੈ। ਉਹਨਾਂ ਨੂੰ ਜਗਿਆਸੂ ਆਖਿਆ ਜਾਂਦਾ ਹੈ। ਉਹ ਜਿਹੜੇ ਹੈ ਦੁਨੀਆ ਦੇ ਆਸਾ ਕਰਨ ਵਾਲੇ ਜੀਵਾਂ ਦੇ ਨਾਲੋਂ ਸ਼੍ਰੋਮਣੀ ਹਨ। ਉਹਨਾਂ ਦੀ ਆਸਾ ਜਿਹੜੀ ਹੈ ਕੀਤੀ ਹੋਈ ਸਫਲੀ ਹੈ। ਉਹਨਾਂ ਦੀ ਕੀਤੀ ਹੋਈ ਆਸਾ ਦੁਨੀਆ ਦੇ ਆਸਾਂ ਦੇ ਨਾਲੋਂ ਉੱਤਮ ਹੈ, ਸ੍ਰੇਸ਼ਟ ਹੈ। ਇਸ ਲਈ ਪਾਤਸ਼ਾਹ ਜੀ ਸਿੱਖ ਨੂੰ ਜਗਿਆਸੂ ਜਾਣ ਕਰਕੇ ਉਪਦੇਸ਼ ਦਿੰਦੇ ਹੈ, ਹੇ ਗੁਰਸਿੱਖ ਆਸਣ ਲੋਏ ਲੋਏ ਭੰਡਾਰ। ਲੋਏ ਨਾਮ ਪ੍ਰਕਾਸ਼ ਦਾ ਹੈ ਤੇ ਪ੍ਰਮਾਤਮਾ ਜੋ ਪ੍ਰਕਾਸ਼ ਸਰੂਪ ਹੈ ਨਾ,
ਹਰ ਇੱਕ ਘਟ ਦੇ ਅੰਦਰ ਜੋਤ ਰੂਪ ਹੋ ਕਰਕੇ ਪਰਮੇਸ਼ਰ ਵਿਆਪਕ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ ਗੁਰਸਿੱਖ ਆਪਣੇ ਚਿੱਤ ਦੀ ਸਥਿਤੀ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਲਗਾਉਣਾ ਕਰ, ਇਹੋ ਹੀ ਤੇਰੇ ਵਾਸਤੇ ਸ਼੍ਰੋਮਣੀ ਆਸਣ ਹੈ। ਇਹ ਬੇਨਤੀ ਕੀਤੀ ਨੇ ਮਹਾਰਾਜ ਆਸਣ ਕਿੱਥੇ ਲਗਾਵਣਾ ਕਰੀਏ, ਸੱਚਾ ਆਸਣ ਕਿਹੜਾ ਹੈ। ਹਜੂਰ ਕਹਿੰਦੇ ਦੁਨੀਆ ਦੇ ਜਿਤਨੇ ਵੀ ਆਸਣ ਹੈ ਨਾ ਉਹ ਸਦਾ ਸਥਿਰ ਰਹਿਣ ਵਾਲੇ ਨਹੀਂ ਹੈ। ਸੰਸਾਰ ਭਰ ਦੇ ਭਾਵੇਂ ਕੋਈ ਸਾਧਨ ਸੰਸਾਰ ਦੇ ਆਸਣ ਲਾ ਕਰਕੇ ਕਪਾਲੀ ਆਸਣ ਭਾਵੇਂ ਪੁੱਠੇ ਲਟਕ ਲਟਕ ਕਰਕੇ ਦੇਖ ਲਵੇ, ਭਾਵੇਂ ਜਿਤਨਾ ਮਰਜੀ ਗੋਡਿਆਂ ਦਾ ਧਿਆਨ ਧਾਰਨ ਰੂਪੀ ਆਸਣ ਲਾ ਲਵੇ, ਫਿਰ ਤ੍ਰਿਕਟੀ ਦੇ ਵਿੱਚ ਧਿਆਨ ਲਾਉਣ ਰੂਪੀ ਆਸਣ ਲਾ ਲਵੇ। ਇਸ ਪ੍ਰਕਾਰ ਜਿੰਨੇ ਮਰਜੀ ਦੁਨੀਆ ਦੇ ਆਸਣ ਲਾ ਕਰਕੇ ਦੇਖ ਲਵੇ, ਪਰ ਜਿਹੜਾ ਚਿੱਤ ਹੈ ਨਾ ਇਹ ਕਦੇ ਅਡੋਲ ਨਹੀਂ ਹੋ ਸਕਦਾ। ਚਿੱਤ ਦੀ ਅਡੋਲਤਾ ਤਾਂ ਹੀ ਬਣਦੀ ਹੈ ਜੇ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਆਪਣੇ ਚਿੱਤ ਦਾ ਆਸਣ ਲਗਾਵਣਾ ਕਰੇ, ਉਹ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ ਗੁਰਸਿੱਖ ਆਸਣ ਲੋਏ ਲੋਏ ਭੰਡਾਰ, ਕਹਿੰਦੇ ਹਨ ਕਿ ਉਹ ਪ੍ਰਮਾਤਮਾ ਦਾ ਜਿਹੜਾ ਬ੍ਰਹਮਾਨੰਦ ਰੂਪੀ ਭੰਡਾਰਾ ਹੈ ਫਿਰ ਤੈਨੂੰ ਪ੍ਰਾਪਤ ਹੋ ਜਾਵੇਗਾ। ਜੋ ਦੁਨੀਆ ਦੇ ਭੰਡਾਰਿਆਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਪਰਮਾਤਮਾ ਦਾ ਬ੍ਰਹਮਾਨੰਦ ਰੂਪ ਭੰਡਾਰਾ ਹੈ, ਤੈਨੂੰ ਪ੍ਰਾਪਤੀ ਹੋ ਜਾਵੇਗੀ। ਜੇ ਦੁਨੀਆ ਦੇ ਆਸਣ ਛੱਡ ਕਰਕੇ ਪਰਮੇਸ਼ਰ ਦੇ ਸਰੂਪ ਰੂਪੀ ਘਰ ਦੇ ਵਿੱਚ ਆਸਣ ਲਗਾ ਲਵੇ ਸਾਂ, ਕਿਉਂਕਿ ਸਤਿਗੁਰੂ ਜੀ ਦੇ ਵਚਨ ਆਉਂਦੇ ਆ, ਕਹਿੰਦੇ ਹਨ ਭਾਵੇਂ ਯੋਗ ਮਤ ਦੁਆਰਾ ਯੋਗੀਆਂ ਨੇ ਆਸਣ ਲਾਏ ਹੈ, ਸਿੱਧਾਂ ਨੇ ਕਿੰਨਾ ਕਿੰਨਾ ਯਤਨ ਕੀਤਾ, ਪਰ ਫਿਰ ਵੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਾ ਹੋਈ। ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਪਰਮੇਸ਼ਰ ਦੀ ਪ੍ਰਾਪਤੀ ਤਾਂ ਨਹੀਂ ਨਾ ਕਰ ਸਕੇ, ਭਾਵੇਂ ਦਸਮ ਦਵਾਰ ਦੇ ਸਵਾਸ ਚੜਾ ਕੇ ਤੇ ਕਿੰਨਾ ਲੰਮੇਰਾ ਸਮਾਂ ਸੰਸਾਰ ਦੇ ਅੰਦਰ ਉਮਰਾਂ ਭੋਗ ਲਈਆਂ, ਪਰ ਪ੍ਰਾਪਤੀ ਤਾਂ ਨਾ ਹੋਈ। ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਤਾਂ ਨਾ ਪਾ ਸਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਗੁਰਸਿੱਖ ਸ਼੍ਰੋਮਣੀ ਆਸਣ ਪਰਮਾਤਮਾ ਦੇ ਸਰੂਪ ਰੂਪੀ ਘਰ ਦਾ ਹੀ ਹੈ। ਜਿੱਥੇ ਇੱਕ ਵਾਰ ਜੀਵ ਦਾ ਆਸਣ ਲੱਗ ਜਾਵੇ ਫਿਰ ਉਹਦਾ ਚਿੱਤ ਕਦੇ ਡਗਮਗਾਉਂਦਾ ਨਹੀਂ ਹੈ, ਚਿੱਤ ਡਾਵਾਂ ਡੋਲ ਨਹੀਂ ਹੁੰਦਾ, ਚਿੱਤ ਉਹਦਾ ਅਡੋਲ ਹੋ ਜਾਂਦਾ ਹੈ। ਜੋ ਕਿਸ ਪਾਇਆ ਸੋ ਏਕਾ ਬਾਰ, ਹੇ ਗੁਰਸਿੱਖ ਜੋ ਕੁਝ ਵੀ ਤੈਨੂੰ ਪ੍ਰਾਪਤ ਹੋਇਆ ਨਾ ਇੱਕੋ ਵਾਰ ਪਹਿਲੀ ਵਾਰ ਮਿਲਣੇ ਕਰਕੇ ਬਖਸ਼ਿਸ਼ ਦੁਆਰਾ ਹੀ ਤੈਨੂੰ ਪ੍ਰਾਪਤੀ ਹੋ ਗਈ ਹੈ। ਜਿਵੇਂ ਸਾਧ ਸੰਗਤ ਜਦੋਂ ਗੁਰੂ ਧਾਰਨ ਕੀਤਾ ਜਾਂਦਾ ਹੈ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਦੇ ਹਾਂ, ਸਤਿਗੁਰੂ ਜੀ ਨੂੰ ਆਪਣਾ ਗੁਰੂ ਧਾਰਨ ਕਰਦੇ ਆ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜਾਂਦਾ ਹੈ। ਪੰਜਾਂ ਕਕਾਰਾਂ ਨੂੰ ਧਾਰਨ ਕਰਕੇ ਫਿਰ ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਲਈ ਜਾਂਦੀ ਪੰਜਾਂ ਪਿਆਰਿਆਂ ਤੋਂ। ਇੱਕੋ ਵਾਰ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਫਿਰ ਜੀਵਨ ਦੇ ਵਿੱਚ ਦ੍ਰਿੜਤਾ, ਜੀਵਨ ਦੇ ਵਿੱਚ ਪਰਪੱਕਤਾ ਕਰਨੀ, ਉਹ ਫਿਰ ਸਾਧ ਸੰਗਤ ਜੀ ਕਮਾਈ ਦਾ ਸਾਧਨ ਹੈ। ਜਿਵੇਂ ਪੰਜ ਪਿਆਰੇ ਸਹਿਬਾਨ 5 ਵਾਰ ਮੂਲ ਮੰਤਰ ਅਤੇ 5 ਵਾਰ ਗੁਰਮੰਤਰ ਦ੍ਰਿੜ ਕਰਵਾਉਂਦੇ ਆ, ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਯਾਦ ਹੋਵੇਗਾ ਕਿ ਜਦੋਂ 5 ਪਿਆਰੇ ਸਹਿਬਾਨ ਅੰਮ੍ਰਿਤ ਛਕਾ ਦਿੰਦੇ ਆ ਫਿਰ ਵਚਨ ਕਰਦੇ ਹਨ, ਖਾਲਸਾ ਜੀ ਹੁਣ ਤੁਹਾਨੂੰ ਮੂਲ ਮੰਤਰ ਤੇ ਗੁਰਮੰਤਰ ਦ੍ਰਿੜ ਕਰਵਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਜਿੱਥੇ ਸਤਿਗੁਰਾਂ ਦੇ ਦੀਦਾਰ ਹੁੰਦੇ ਹੋਣ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਦੀਦਾਰ ਕਰਦਿਆਂ ਹੋਏ ਤੁਸੀਂ ਨਾਮ ਦੀ ਦਾਤ ਹੁਣ ਪ੍ਰਾਪਤ ਕਰਨੀ ਹੈ। 5 ਪਿਆਰੇ ਸਹਿਬਾਨ ਇਹ ਬਚਨ ਕਰਦੇ ਆ, ਫਿਰ ਅੱਗੇ ਅੱਗੇ 5 ਪਿਆਰੇ ਸਹਿਬਾਨ ਬੋਲਦੇ ਆ, ਪਿੱਛੇ ਪਿੱਛੇ ਜਿਹੜੇ ਪ੍ਰਾਣਾ ਧਾਰੀਆਂ ਨੇ ਅੰਮ੍ਰਿਤ ਛਕਿਆ ਹੁੰਦਾ, ਜਿਨ੍ਹਾਂ ਪ੍ਰਾਣੀਆਂ ਨੇ ਉਹ ਪਿੱਛੇ ਪਿੱਛੇ ਬੋਲਦੇ ਆ 5 ਵਾਰ ਮੂਲ ਮੰਤਰ ਅਤੇ 5 ਵਾਰ ਗੁਰ ਮੰਤਰ। ਇਹ ਸਾਧ ਸੰਗਤ ਜੀ ਮਰਜ਼ਾਦਾ ਹੈ। ਫਿਰ ਜਦੋਂ ਨਾਮ ਦੀ ਦਾਤ ਦੇ ਦਿੰਦੇ ਆ ਨਾ 5 ਪਿਆਰੇ ਸਹਿਬਾਨ, ਫਿਰ ਬਚਨ ਕਰਦੇ ਆ ਕਿ ਆਪਣੇ ਜੀਵਨ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕੇ ਮੂਲ ਮੰਤਰ ਤੇ ਗੁਰ ਮੰਤਰ ਦਾ ਅਭਿਆਸ ਕਰਨਾ। ਖਾਲਸਾ ਜੀ 5 ਵਾਰ ਤੁਹਾਨੂੰ ਇਹ ਮੰਤਰ ਜਿਹੜਾ ਦ੍ਰਿੜ ਕਰਵਾ ਦਿੱਤਾ ਹੈ, ਮੂਲ ਮੰਤਰ ਗੁਰ ਮੰਤਰ, ਜੀਵਨ ਦੇ ਵਿੱਚ ਜਿੰਨਾ ਵੀ ਹੋ ਸਕੇ ਇਹਦਾ ਅਭਿਆਸ ਕਰਨਾ ਹੈ।
ਉਹ ਫਿਰ ਸਾਧ ਸੰਗਤ ਜੀ ਜਿਹੜਾ ਅਭਿਆਸ ਕਰਨਾ ਇਹੋ ਹੀ ਕਮਾਈ ਵੈ। ਇਹੋ ਹੀ ਸਾਧ ਸੰਗਤ ਜੀ ਜੀਵਨ ਦੀ ਜਿਹੜੀ ਹੈ ਪਰਪੱਕਤਾ ਹੈ ਕਿ ਜਿਹੜਾ ਚਿੱਤ ਹੈ ਨਾ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ। ਚਿੱਤ ਦੀ ਜਿਹੜੀ ਹੈ ਸਥਿਤੀ ਪ੍ਰਮਾਤਮਾ ਦੇ ਸਰੂਪ ਰੂਪੀ ਘਰ ਦੇ ਵੀ ਚਿੱਤ ਦਾ ਆਸਣ ਲੱਗਾ ਰਹੇ, ਜਿਸ ਕਰਕੇ ਚਿੱਤ ਕਦੇ ਡਗਮਗਾਏਗਾ ਨਹੀਂ, ਚਿੱਤ ਕਦੇ ਡਾਵਾਂ ਡੋਲ ਹੋਏਗਾ ਨਹੀਂ। ਭਾਵੇਂ ਸੰਸਾਰ ਭਰ ਦੇ ਵਿੱਚ ਮਾਇਆ ਦੇ ਜਿਤਨੇ ਮਰਜ਼ੀ ਵਿਕਾਰਾਂ ਰੂਪੀ ਝੱਖੜ ਝੁੱਲਦੇ ਰਹਿਣ, ਪਰ ਉਹ ਕਦੇ ਵੀ ਗੁਰਮੁਖ ਪਿਆਰੇ ਡੋਲਦੇ ਨਹੀਂ ਹੈ ਜੋ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦੇ ਹੈ। ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਬਚਨਾਂ ਅਨੁਸਾਰ ਕਮਾਈ ਕੀਤੀ ਹੈ, ਘਾਲਣਾ ਘਾਲੀ ਹੈ, ਪਰਮਾਤਮਾ ਨੂੰ ਹਰ ਇੱਕ ਸਵਾਸ ਦੇ ਨਾਲ ਮੁਖ ਤੋਂ ਵਾਹਿਗੁਰੂ 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 ਕਰਕੇ ਯਾਦ ਕਰਦੇ ਹੈ, ਉਹ ਫਿਰ ਡਾਵਾਂ ਡੋਲ ਨਹੀਂ ਹੁੰਦੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਫਿਰ ਇਹ ਪੰਕਤੀ ਪੜ੍ਹ ਦੇਵੋ ਜੀ। ਜੋ ਕਿਸ ਪਾਇਆ ਸੋ ਏਕਾ ਬਾਰਾ। ਇਹ ਗੁਰਸਿੱਖ ਜਦੋਂ ਤੂੰ ਗੁਰੂ ਸ਼ਰਨ ਧਾਰਨ ਕੀਤੀ ਸੀ ਨਾ, ਉਦੋਂ ਹੀ ਤੇਰੇ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ, ਤੈਨੂੰ ਨਾਮ ਦੀ ਦਾਤ ਦੇ ਦਿੱਤੀ ਸੀਗੀ। ਬਾਕੀ ਜੀਵਨ ਦੇ ਵਿੱਚ ਕਮਾਈ ਕਰਨੀ, ਜੀਵਨ ਦੇ ਵਿੱਚ ਘਾਲਣਾ ਘਾਲਣੀ, ਜਿੰਨੀ ਜ਼ਿਆਦਾ ਕਮਾਈ ਕਰੇਗਾ ਉਨੀ ਉੱਚੀ ਅਵਸਥਾ ਪ੍ਰਾਪਤ ਹੋ ਜਾਵੇਗੀ। ਜਿਵੇਂ ਸੰਸਾਰ ਦੇ ਵਿੱਚ ਵੀ ਸਾਧ ਸੰਗਤ ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਗਿਆਨ ਹੁੰਦਾ, ਜਿੰਨਾ ਕੋਈ ਜ਼ਿਆਦਾ ਕੋਈ ਪੜ੍ਹਿਆ ਹੋਵੇ, ਜਿੰਨੀ ਜ਼ਿਆਦਾ ਕੋਈ ਸਿਆਣਪ ਵਾਲਾ ਹੋਵੇ, ਉਹਨਾਂ ਉੱਚੇ ਦਰਜੇ ਤੇ ਸਾਧ ਸੰਗਤ ਨੂੰ ਅਹੁਦਾ ਪ੍ਰਾਪਤ ਹੋ ਜਾਂਦਾ ਹੈ। ਜਿੰਨੇ ਕੋ ਅਹੁਦੇ ਦੇ ਯੋਗ ਹੋਵੇ ਉਹਨੇ ਵੱਡੇ ਅਹੁਦੇ ਤੇ ਪਹੁੰਚ ਜਾਂਦਾ, ਨੂੰ ਪਦਵੀ ਮਿਲ ਜਾਂਦੀ ਦੁਨੀਆ ਦੀ। ਕੋਈ ਵੀ ਸੰਸਾਰ ਭਰ ਦਾ ਕੋਈ ਗੁਣ ਦੇਖ ਲਵੋ, ਕਿਸੇ ਵੀ ਪ੍ਰਕਾਰ ਦਾ ਕੋਈ ਗੁਣੀ ਬੰਦਾ ਦੇਖ ਲਓ, ਜਿੰਨਾ ਕੋ ਉਹਦੇ ਕੋਲ ਗੁਣ ਹੈ, ਜਿੰਨਾ ਕੋ ਗਿਆਨ ਹੈ, ਉਹਨੇ ਉੱਚੇ ਰੁਤਬੇ ਤੇ ਚਲਿਆ ਜਾਂਦਾ ਹੈ। ਇਸੇ ਪ੍ਰਕਾਰ ਇਹ ਪਰਮਾਰਥ ਦੇ ਰਸਤੇ ਤੇ ਚੱਲਦੇ, ਜਿੰਨਾ ਕੋ ਜ਼ਿਆਦਾ ਸਿਮਰਨ ਕਰਦਾ ਹੈ ਉਸ ਨੂੰ ਓਨੀ ਜ਼ਿਆਦਾ ਉੱਚੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੰਨਾ ਜ਼ਿਆਦਾ ਸਿਮਰਨ ਦਾ ਕਰਦਾ ਹੈ, ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹਨੇ ਜ਼ਿਆਦਾ ਉਹਨੇ ਹੋਰ ਬਖਸ਼ਿਸ਼ ਕਰ ਦਿੰਦੇ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜੋ ਕਿਛ ਪਾਇਆ ਸੋ ਏਕਾ ਵਾਰ। ਅਥਵਾ ਅੰਤਰੀ ਭਾਵ ਦੇ ਵਿੱਚ ਬਚਨ ਕਰਦੇ ਆ ਸਤਿਗੁਰੂ ਜੀ, ਹੇ ਗੁਰਸਿੱਖ, ਹੇ ਪ੍ਰਾਣਾ ਧਾਰੀ ਜੀਵ, ਜੋ ਕੁਝ ਤੂੰ ਪਾਉਣਾ ਚਾਹੁੰਦਾ ਹੈ ਨਾ, ਇਹ ਮਨੁੱਖਾ ਜੀਵਨ ਦੇ ਵਿੱਚ ਪਾ ਲੈ ਏਕਾ ਵਾਰ। ਹੁਣ ਇੱਕੋ ਵਾਰੀ ਹੈ ਰੱਬ ਦੇ ਨਾਲ ਮਿਲਣ ਦੀ, ਫਿਰ ਪਤਾ ਨਹੀਂ ਕਦੋਂ ਵਾਰੀ ਆਵੇ। ਜਿਵੇਂ 84 ਪੌੜੀਆਂ ਡੰਡਿਆਂ ਵਾਲੀ ਪੌੜੀ ਹੋਵੇ, ਸਾਧ ਸੰਗਤ ਜੀ ਜੇ ਉੱਪਰਲੇ ਸਿਰੇ ਤੇ ਚੜਿਆ ਹੋਵੇ, ਉੱਥੋਂ ਪੈਰ ਖਿਸਕ ਜਾਵੇ ਨਾ, ਫਿਰ ਕਿਤੇ ਹੱਥ ਨਹੀਂ ਪੈਂਦਾ, ਫਿਰ ਤਾਂ ਧਰਤੀ ਤੇ ਡਿੱਗਦਾ ਤੇ ਉਹ ਜੀਵ ਦਾ ਕਦੇ ਬਚਾਅ ਨਹੀਂ ਹੋ ਸਕਦਾ ਜੇ ਉੱਪਰਲੇ ਸਿਰੇ ਤੋਂ ਖਿਸਕ ਜਾਵੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, 84 ਲੱਖ ਜੂਨਾ ਭੋਗ ਕਰਕੇ ਆ ਗਿਆ, ਹੁਣ ਕੇਵਲ ਉੱਪਰਲਾ ਸਿਰੇ ਦੇ ਡੰਡੇ ਤੇ ਪਹੁੰਚ ਗਿਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਪਰਮੇਸ਼ਰ ਦੇ ਨਾਲ ਮਿਲਣ ਦੀ ਵਾਰੀ ਹੈ। ਜੇ ਇਤੋਂ ਛੁੜਕਿਆ ਠੌਰ ਨਾ ਪਾਏ, ਇਤੋਂ ਜੇ ਤੇਰਾ ਹੱਥ ਛੁੜਕ ਗਿਆ ਨਾ, ਫਿਰ ਕਿਤੇ ਵੀ ਤੈਨੂੰ ਠਾਹਰ ਨਹੀਂ ਮਿਲਣੀ। ਇਸ ਪੌੜੀ ਤੇ ਜੋ ਨਰ ਝੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਇੱਕ ਵਾਰ ਹੁਣ ਮਨੁੱਖਾ ਦੇਹੀ ਰੂਪ ਡੰਡੇ ਤੋਂ ਪੈਰ ਤੇਰਾ ਛੁੜਕ ਗਿਆ, ਫਿਰ ਤਾਂ ਕੇਵਲ ਜੰਮਣ ਮਰਨਾ ਹੀ ਹੈ, ਫਿਰ ਤਾਂ ਕੇਵਲ 84 ਦੇ ਗੇੜੇ ਵਿੱਚ ਆਵਾਗਮਨ ਦਾ ਚੱਕਰ ਹੀ ਹੈ, ਹਲਟ ਦੀਆਂ ਟਿੰਡਾਂ ਦੇ ਵਾਂਗ। ਫਿਰ ਇਹ ਨਹੀਂ ਕਿ 1 ਜੂਨ ਨੂੰ ਇੱਕੋ ਵਾਰ ਹੀ ਪ੍ਰਾਪਤ ਹੋਣਾ, ਇੱਕ ਜੂਨ ਵਿੱਚ ਪਤਾ ਨਹੀਂ ਕਿੰਨੇ ਕੋ ਬਾਰ-ਬਾਰ ਜਨਮ ਧਾਰਨ ਕਰਨੇ ਪੈਂਦੇ ਹੈ। ਸਾਧ ਸੰਗਤ ਜੀ, ਮੈਂ ਨਹੀਂ ਕਹਿ ਰਿਹਾ, ਗੁਰੂ ਕੀ ਬਾਣੀ ਦੇ ਬਚਨ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰੰਕਾਲ ਬਹੁਤ ਲੰਮੇ ਸਮੇਂ ਬਾਅਦ ਇਹ ਮਨੁੱਖਾ ਦੇਹ ਦੀ ਪ੍ਰਾਪਤੀ ਹੋਈ ਹੈ। ਪਹਿਲਾਂ ਪਤਾ ਨਹੀਂ ਕਈ ਕੇ ਜਨਮ ਕੀੜਿਆਂ ਪਤੰਗਿਆਂ ਹਾਥੀਆਂ ਦੀਆਂ ਜੂਨਾਂ ਵਿੱਚ ਪਟਕ ਕਰਕੇ ਆਇਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਾਖ ਭਰੀ ਹੈ, ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਹੇ ਜੀਵ, ਚਿਰਾਂ ਬਾਅਦ ਤੈਨੂੰ ਮਾਨਸ ਦੇਹ ਦੀ ਪ੍ਰਾਪਤੀ ਹੋਈ ਹੈ।
ਇਸ ਨੂੰ ਸਫਲਿਆਂ ਕਰਨਾ ਹੈ ਤਾਂ ਗੁਰੂ ਸ਼ਰਨ ਧਾਰਨ ਕਰ ਲੈ। ਸਤਿਗੁਰੂ ਜੀ ਦੀ ਸਮਰੱਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਹਨ। ਤੈਨੂੰ ਵਿਛੜੇ ਹੋਏ ਨੂੰ ਪਰਮਾਤਮਾ ਦੇ ਨਾਲ ਮਿਲਾ ਦੇਣਗੇ। ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਾਇਆ ਸੰਜੋਗ। ਤੁਰੋਂ ਹੀ ਪਰਮਾਤਮਾ ਜਿਨ੍ਹਾਂ ਦੇ ਸੰਜੋਗ ਲਿਖ ਕਰਕੇ ਜਗਤ ਅੰਦਰ ਜੀਵ ਦੇ ਪ੍ਰਾਰਬਧ ਦੇ ਵਿੱਚ ਪਾ ਦਿੰਦਾ। ਸਤਿਗੁਰੂ ਜੀ ਦੀ ਸ਼ਰਨ ਉਹ ਗੁਰਮੁਖ ਧਾਰਨ ਕਰ ਲੈਂਦੇ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨਾਮ ਰੂਪ ਜਹਾਜ਼ ਤੇ ਚੜ੍ਹ ਕੇ ਭਵ ਸਾਗਰ ਤੋਂ ਪਾਰ ਕਰ ਦਿੰਦੇ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਇਹ ਪੂਰੇ ਸਤਿਗੁਰੂ ਜੀ ਦੀ ਸਮਰੱਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਹੇ ਜੀਵ ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਵੀ ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਨੀ ਚਾਹੁੰਦਾ, ਏਕਾ ਵਾਰ ਹੁਣ ਇੱਕੋ ਵਾਰੀ ਹੈ ਤੇਰੇ ਵਾਸਤੇ। ਫਿਰ ਪਤਾ ਨਹੀਂ ਕਦੋਂ ਵਾਰੀ ਆਵੇ। ਇਸ ਲਈ ਜੇ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਪਰਮੇਸ਼ਰ ਦੀ ਕਰ ਲੈ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਹੈ, ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮਹਿ ਪ੍ਰਾਨੀ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਾਟ ਜਿਉ ਪਾਨੀ। ਫੁੱਟੇ ਹੋਏ ਘੜੇ ਦੀ ਤਰ੍ਹਾਂ ਤੇਰੇ ਸਰੀਰ ਰੂਪੀ ਘੜੇ ਵਿੱਚੋਂ ਸਵਾਸਾਂ ਰੂਪੀ ਜਲ ਨਿਕਲਦਾ ਜਾ ਰਿਹਾ ਹੈ, ਨਿਕਲਦਾ ਜਾ ਰਿਹਾ ਹੈ। 24,000 ਸਵਾਸ ਹਰ ਰੋਜ਼ ਤੇਰੇ ਬਤੀਤ ਹੁੰਦੇ ਜਾਂਦੇ ਹੈ। ਇਸ ਲਈ ਜੇ ਪ੍ਰਮਾਤਮਾ ਦਾ ਚਿੰਤਨ ਕਰਨਾ ਹੈ ਤਾਂ ਕਰ ਲੈ, ਦੁਬਾਰਾ ਨਹੀਂ ਤੇਰੇ ਨੂੰ ਸਮਾਂ ਮਿਲਣਾ। ਸਵਾਸ ਪੂਰੇ ਹੋ ਗਏ, ਸਰੀਰ ਰੂਪੀ ਘੜੇ ਨੇ ਧੜਕ ਕਰਕੇ ਟੁੱਟ ਜਾਣਾ। ਜਿਸ ਮਿੱਟੀ ਤੋਂ ਬਣਿਆ ਉਸੇ ਮਿੱਟੀ ਵਿੱਚ ਮਿਲ ਜਾਣਾ ਹੈ। ਇਸ ਲਈ ਪਰਮਾਤਮਾ ਨੂੰ ਯਾਦ ਕਰਿਆ ਕਰ। ਕਰ ਕਰ ਵੇਖੈ ਸਿਰਜਨਹਾਰਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਿੱਖ ਨੇ, ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਕਿਵੇਂ ਗੁਰਮੁਖ ਪਿਆਰੇ ਦੇਖਦੇ ਆ। ਕਹਿੰਦੇ ਹਨ ਕਰ। ਕਰ ਨਾਮ ਹੈ ਹੱਥ ਦਾ। ਜਿਵੇਂ ਹੱਥ ਦੇ ਉੱਪਰ ਹੱਥ ਰੱਖ ਲਈਏ ਤੇ ਸਾਰੇ ਪਾਸੇ ਤੋਂ ਨਜ਼ਰ ਆਉਂਦਾ, ਹਥੇਲੀ ਵੀ ਸਾਰੇ ਪਾਸੇ ਨਜ਼ਰ ਆਉਂਦਾ। ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਅਪਰੋਖ ਗਿਆਨ ਦੁਆਰਾ ਪਰਮੇਸ਼ਰ ਨੂੰ ਸਭ ਜੀਵਾਂ ਦੇ ਅੰਦਰ ਦੇਖਦੇ ਹੈ। ਕਰ ਕਰ ਵੇਖੈ ਸਿਰਜਣਹਾਰ, ਕਿ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰ ਰਿਹਾ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਕਰ ਕਰ ਵੇਖੈ ਸਿਰਜਨਹਾਰਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਹੇ ਗੁਰਸਿੱਖ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਜਿਹੜੇ ਗੁਰਮੁਖ ਜਨ ਹੈ, ਹਸਤਾਮਲ ਸ਼ਕਤੀ ਦੁਆਰਾ, ਹਸਤਾਮਲ ਜਿਵੇਂ ਹਸਤ ਦੇ ਉੱਪਰ ਆਮਲਾ ਰੱਖਿਆ ਹੋਵੇ ਨਾ ਤੇ ਸਾਧ ਸੰਗਤ ਜੀ ਸਾਰਿਆਂ ਪਾਸਿਆਂ ਤੋਂ ਨਜ਼ਰ ਆਉਂਦਾ ਹੈ। ਇਵੇਂ ਹਸਤਾਮਲ ਵੱਧ ਤੋਂ ਪਰਮੇਸ਼ਰ ਨੂੰ ਦੇਖਦੇ ਹੈ। ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਤੇ, ਸੰਸਾਰ ਭਰ ਦੇ ਕਿਸੇ ਵੀ ਪੈਦਾ ਕੀਤੇ ਹੋਏ ਜੀਵ ਅੰਦਰ ਉਹ ਪ੍ਰਮਾਤਮਾ ਦਾ ਪ੍ਰਕਾਸ਼ ਸਰੂਪ ਹੀ ਦੇਖਦੇ ਹੈ ਕਿ ਪਰਮੇਸ਼ਰ ਆਪ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਉਹ ਆਕਾਰਾਂ ਨੂੰ ਨਹੀਂ ਦੇਖਦੇ, ਉਹ ਕੇਵਲ ਪ੍ਰਕਾਸ਼ ਨੂੰ ਹੀ ਹਰ ਸਮੇਂ ਦੇਖਦੇ ਹਨ। ਨਾਨਕ ਸੱਚੇ ਕੀ ਸਾਚੀ ਕਾਰ। ਫਿਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਅਪਰੋਖ ਗਿਆਨ ਦੁਆਰਾ ਪਰਮੇਸ਼ਰ ਨੂੰ ਦੇਖਿਆ ਹੈ, ਉਸ ਪਰਮਾਤਮਾ ਦੇ ਪਿਆਰੇ ਬੰਦਗੀ ਕਰਨ ਵਾਲੇ ਜੋ ਸਤਿਪੁਰਸ਼ ਹੈ, ਉਹਨਾਂ ਦੀ ਕਾਰ ਕਿਹੋ ਜਿਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਸੱਚੇ ਕੀ ਸਾਚੀ ਕਾਰ। ਸੱਚੇ ਪਰਮਾਤਮਾ ਦੀ ਬੰਦਗੀ ਰੂਪ ਉਹਨਾਂ ਦੀ ਕਾਰ ਹੈ। ਹਰ ਸਮੇਂ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਨਾ। ਇੱਕ ਵੀ ਦਮ, ਇੱਕ ਵੀ ਸਵਾਸ ਉਹ ਬਿਰਥਾ ਨਹੀਂ ਜਾਣ ਦਿੰਦੇ। ਇਉਂ ਬਾਰ-ਬਾਰ ਆਪਣੇ ਮਨ ਦੇ ਤਾਈਂ ਤਾੜਨਾ ਕਰ ਕਰਕੇ ਹਰ ਇੱਕ ਸਵਾਸ ਦੇ ਨਾਲ ਰੱਬ ਨੂੰ ਯਾਦ ਕਰਦੇ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕਿ ਇੱਕ ਵੀ ਸਵਾਸ ਸਾਡਾ ਵਿਅਰਥ ਨਾ ਕਿਤੇ ਚਲਿਆ ਜਾਵੇ। ਸਵਾਸ ਉਹੀ ਲੇਖੇ ਵਿੱਚ ਹੈ ਜੋ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਦਾ ਹੈ। ਜੇ ਸਵਾਸ ਦੁਆਰਾ ਪਰਮੇਸ਼ਰ ਦਾ ਚਿੰਤਨ ਹੋਵੇ,
ਉਹ ਗੁਰਮੁਖ ਪਿਆਰੇ ਹਰ ਸਮੇਂ ਕਰ ਕਰ ਵੇਖੈ ਸਿਰਜਣਹਾਰ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਰਜਣਹਾਰੇ ਨੂੰ ਦੇਖਦੇ ਹੈ ਤੇ ਪ੍ਰਮਾਤਮਾ ਦੀ ਸੱਚੀ ਬੰਦਗੀ ਰੂਪ ਹਰ ਸਮੇਂ ਕਾਰ ਨੂੰ ਕਰਦੇ ਹੈ। ਇਸੇ ਪ੍ਰਕਾਰ ਹੀ ਪੰਕਤੀ ਫਿਰ ਪੜੋ ਜੀ। ਨਾਨਕ ਸੱਚੇ ਕੀ ਸਾਚੀ ਕਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਸਿੱਖ ਦੇ ਬੇਨਤੀ ਕਰਨ ਤੇ ਬਖਸ਼ਿਸ਼ ਕਰਦੇ ਆ ਕਿ ਉਹ ਬੰਦਗੀ ਕਰਨ ਵਾਲੇ ਕਿਹੋ ਜਿਹੀ ਸੱਚੀ ਕਾਰ ਕਰਦੇ ਆ। ਆਪ ਜਪੈ ਅਵਰਹ ਨਾਮ ਜਪਾਵੈ। ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹਿੱਥੇ ਆਇਆ ਹੈ। ਸਾਧ ਸੰਗਤ ਜੀ, ਆਪ ਨਾਮ ਜਪਣਾ, ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਵਣਾ। ਹੇ ਭਲਿਓ, ਜੀਵਨ ਤਾਂ ਹੀ ਕਰਤਾਰਤ ਹੋਵੇਗਾ ਜੇ ਰੱਬ ਦਾ ਨਾਮ ਜਪੋਗੇ, ਪਰਮੇਸ਼ਰ ਦੀ ਯਾਦ ਵਿੱਚ ਜੁੜੋਗੇ। ਇਉਂ ਪ੍ਰੇਰਿਤ ਕਰ ਕਰਕੇ ਪਰਮੇਸ਼ਰ ਦੇ ਪਿਆਰੇ ਜੀਵਾਂ ਨੂੰ, ਕੁਰਾਹੇ ਪਾਇਆ ਹੋਇਆਂ ਨੂੰ ਸਿੱਧੇ ਰਸਤੇ ਪਾ ਦਿੰਦੇ ਹੈ। ਕੁਸੰਗਤ ਵੱਲੋਂ ਹਟਾ ਕੇ ਸਤ ਸੰਗਤ ਦੇ ਨਾਲ ਜੋੜਦੇ ਹੈ। ਸੰਸਾਰ ਦੇ ਅੰਦਰ ਪਖੰਡ ਪਾਰ ਤੋਂ ਹਟਾ ਕਰਕੇ ਸ਼ਬਦ ਗੁਰੂ ਦੇ ਲੜ ਲਗਾਉਂਦੇ ਹੈ। ਇਹ ਉਹਨਾਂ ਦੀ ਸੱਚੀ ਕਾਰ ਹੈ, ਬੰਦਗੀ ਕਰਨ ਵਾਲਿਆਂ ਦੀ। ਨਾਨਕ ਸੱਚੇ ਕੀ ਸਾਚੀ ਕਾਰ। ਤੇ ਜਿਹੜੇ ਸੰਸਾਰ ਦੇ ਅੰਦਰ ਚੰਚਲ ਮਨ ਵਾਲੇ ਆ, ਉਹਨਾਂ ਨੂੰ ਪਰਮੇਸ਼ਰ ਦੀ ਭਾਵ ਭਗਤੀ ਰੂਪ ਸੱਚੀ ਕਾਰ ਵਿੱਚ ਲਗਾਉਂਦੇ। ਇਹ ਬੰਦਗੀ ਕਰਨ ਵਾਲਿਆਂ ਦੀ ਕਾਰ ਹੈ। ਔਰ ਇਸੇ ਪ੍ਰਕਾਰ ਜਿਨ੍ਹਾਂ ਦਾ ਮਨ ਵਿਕਾਰੀ ਹੋਇਆ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਨਿਸ਼ਕਾਮ ਸੇਵਾ ਦੇ ਵਿੱਚ ਲਗਾ ਦਿੰਦੇ ਹੈ। ਇਹ ਉਹਨਾਂ ਦੀ ਸੱਚੀ ਕਾਰ ਹੈ। ਤੇ ਜਿਹੜੇ ਸ਼ਕਾਮ ਸੇਵਾ ਕਰਦੇ ਹੈ, ਉਹਨਾਂ ਨੂੰ ਫਿਰ ਉਪਾਸ਼ਨਾ ਵਾਹਿਗੁਰੂ ਇਸ ਪ੍ਰਕਾਰ ਉਹਨਾਂ ਨੂੰ ਗਿਆਨ ਸਰੂਪ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਗਿਆਨ ਸਰੂਪ ਹੈ ਉਹ ਸੱਚੇ ਗਿਆਨ ਦ੍ਰਿਸ਼ਟੀ ਦੇ ਦੁਆਰਾ ਦਿਖਾ ਦਿੰਦੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਹੈ। ਇਹ ਬੰਦਗੀ ਕਰਨ ਵਾਲਿਆਂ ਦੀ ਸੱਚੀ ਕਾਰ ਹੈ। ਜਿਹੋ ਜਿਹੀ ਭਾਵਨਾ ਦੇ ਨਾਲ ਕੋਈ ਸੰਗਤ ਕਰਦਾ ਹੈ, ਉਹੋ ਜਿਹੀ ਮਹਾਰਾਜ ਸੱਚੇ ਪਾਤਸ਼ਾਹ ਉਸ ਜੀਵ ਦੀ ਸ਼ਰਧਾ ਰੂਪ ਝੋਲੀ ਵਿੱਚ ਦਾਤ ਪਾਉਂਦੇ ਹਨ। ਆਦੇਸ ਤਿਸੈ ਆਦੇਸ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਹੈ। ਆਦੇਸ ਜਿਹੜਾ ਇੱਕ ਦੇਸ਼ੀ ਨਹੀਂ ਹੈ, ਸਰਬ ਦੇਸ਼ੀ ਹੈ। ਇੱਕ ਦੇਸ਼ ਨਹੀਂ ਹੈ, ਉਹ ਸਰਬ ਵਿਆਪਕ ਹੈ, ਸਰਬ ਦੇਸ਼ੀ ਹੈ। ਉਸ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਸ਼ ਕਾਲ ਵਸਤੂ ਤਿੰਨਾਂ ਤੋਂ ਜੋ ਪਰਮਾਤਮਾ ਰਹਿਤ ਹੈ। ਨਾ ਤਾਂ ਇੱਕ ਦੇਸ਼ੀ ਹੈ, ਨਾ ਉਹ ਕਾਲ ਸਮੇਂ ਦੇ ਵਿੱਚ ਹੈ, ਤੇ ਨਾ ਹੀ ਉਹ ਵਸਤੂ ਵਾਚਕ ਹੈ। ਇੱਕ ਵਸਤੂ ਵਾਂਗ ਨਹੀਂ ਹੈ ਕਿ ਇੱਕ ਵਸਤੂ ਇੱਥੇ ਪਈ ਹੋਵੇ ਤੇ ਦੂਸਰੀ ਥਾਂ ਨਹੀਂ। ਅਜਿਹਾ ਪਰਮਾਤਮਾ ਦਾ ਸਰੂਪ ਨਹੀਂ ਹੈ। ਦੇਸ਼ ਕਾਲ ਵਸਤੂ ਤਿੰਨਾਂ ਤੋਂ ਰਹਿਤ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਦੇਸ਼ ਉਹ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ। ਜੋ ਪਰਮੇਸ਼ਰ ਆਦ ਸ੍ਰਿਸ਼ਟੀ ਦਾ ਮੂਲ ਸਰੂਪ ਹੈ, ਔਰ ਇਸੇ ਪ੍ਰਕਾਰ ਅਨੀਲ ਜਿਹੜਾ ਕਹਿੰਦੇ ਹਨ ਅਗਿਆਨ ਤੋਂ ਰਹਿਤ ਹੈ। ਅਨੀਲ ਨੀਲੇਪਣ ਤੋਂ ਰਹਿਤ ਹੈ, ਆਕਾਸ਼ ਤੋਂ ਰਹਿਤ ਉਹ ਪਰਮਾਤਮਾ ਦਾ ਸਰੂਪ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨਾਦ ਉਹ ਅਨਆਦ, ਉਹਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ ਹੈ। ਫਿਰ ਕਿਸੇ ਸ਼ਸਤਰ ਦੁਆਰਾ ਵੀ, ਕਿਸੇ ਮੰਤਰ ਦੁਆਰਾ ਵੀ ਉਹਨੂੰ ਕੱਟਿਆ ਨਹੀਂ ਜਾ ਸਕਦਾ। ਐਸਾ ਅਨਾਹਤ ਸਰੂਪ ਹੈ। ਜੁਗ ਜੁਗ ਏਕੋ ਵੇਸ। ਉਹ ਜੁਗਾਂ ਜੁਗਾਂ ਵਿੱਚ ਇੱਕ ਪਰਮਾਤਮਾ ਦਾ ਸਰੂਪ ਰੂਪੀ ਵੇਸ ਹੈ। ਉਸ ਪਰਮਾਤਮਾ ਦਾ ਸਰੂਪ ਕੌਣ ਗੁਰਮੁਖ ਪਿਆਰੇ ਹੋਏ ਹੈ, ਜਿਨ੍ਹਾਂ ਨੇ ਜੁਗ ਜੁਗ ਇਹ ਚਾਰ ਸਾਧਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਾਧਿਆ ਹੈ। ਜੁਗ ਨਾਮ ਦੋ ਦਾ ਹੈ। ਜੁਗ ਜੁਗ ਚਾਰ ਸਾਧਨ ਕਿਹੜੇ ਹਨ? ਵੈਰਾਗ, ਵਿਵੇਕ, ਖੜ ਸੰਮਤੀ, ਮੋਖ, ਇੱਛਾ। ਇਸ ਪ੍ਰਕਾਰ ਜਿਨ੍ਹਾਂ ਨੇ ਇਹ ਚਾਰ ਸਾਧਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਾਧਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦਾ ਹੀ ਵੇਸ ਸਰੂਪ ਹੋ ਗਏ ਹੈ। ਉਹਨਾਂ ਨੇ ਪਰਮਾਤਮਾ ਦੇ ਸਰੂਪ ਦੀ ਅਭੇਰਤਾ ਪਾ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਦੇਸ
ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।